ਵਾਹਿਗੁਰੂ 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 ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। आओ गुरु प्यारी साध संगत जी, आप सब संगतां धन धन ਸਾਹਿਬ श्री गुरु नानक देव जी महाराज जी ਦੀ ਸਾਖੀ ਹਰ ਰੋਜ਼ ਪ੍ਰੇਮ ਦੇ ਨਾਲ ਸਰਵਣ ਕਰਦੇ ਹੋ। ਕੱਲ ਦਾ ਜੋ ਆਪ ਜੀ ਨੇ ਪ੍ਰਸੰਗ ਸਰਵਣ ਕੀਤਾ ਹੈ, ਧੰਨ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਰਾਏ ਭੋਏ ਤਲਵੰਡੀ ਤੋਂ ਰਾਏ ਭੋਏ ਦੀ ਤਲਵੰਡੀ ਤੋਂ ਹੁਣ ਮਹਾਰਾਜ ਜੀ ਸੁਲਤਾਨਪੁਰ ਲੋਧੀ ਵਾਪਸ ਆ ਗਏ ਹਨ ਔਰ ਸੁਲਤਾਨਪੁਰ ਲੋਧੀ ਆ ਕੇ ਅੱਗੇ ਕਿਵੇਂ ਉਹਨਾਂ ਨੇ ਮੋਦੀ ਕਾਰਖਾਨੇ ਦੀ ਕਾਰ ਸੰਭਾਲੀ, ਕਿਵੇਂ ਅਨੇਕਾਂ ਗੁਰਸਿੱਖਾਂ ਦਾ ਉਧਾਰ ਕੀਤਾ, ਕਿਵੇਂ ਨਾਮ ਦਾਨ ਇਸ਼ਨਾਨ ਦ੍ਰਿੜ ਕਰਾਇਆ। ਆਓ ਪ੍ਰੇਮ ਦੇ ਨਾਲ ਸਾਰੇ ਆਪਾਂ ਸਾਖੀ ਸਰਵਣ ਕਰੀਏ। ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਮਾਤਾ ਸੁਲੱਖਣੀ ਜੀ ਨੂੰ ਨਾਲ ਲੈ ਕੇ ਭਾਈ ਜੈ ਰਾਮ ਜੀ ਦੇ ਘਰ ਸੁਲਤਾਨਪੁਰ ਲੋਧੀ ਪਹੁੰਚ ਗਏ ਹਨ। ਹਾਂਜੀ, ਆਓ ਪ੍ਰੇਮ ਦੇ ਨਾਲ ਜੋ ਅਗਲੀ ਸਾਖੀ ਹੈ ਉਹ ਸਰਵਣ ਕਰੋ। ਹਾਂਜੀ, ਪੜੋ। ਚੌਪਈ ਧਾਮ ਜਰਾਮ ਨਾਨਕੀ ਦੋ। ਸੋ ਇਸ ਪ੍ਰਕਾਰ ਹੁਣ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਔਰ ਧੰਨ ਧੰਨ ਮਾਤਾ ਸੁਲੱਖਣੀ ਜੀ ਦੋਨੋਂ ਹੀ ਧਾਮ ਜਰਾਮ ਨਾਨਕੀ ਦੋ ਦੋਨੇ ਜੈ ਰਾਮ ਜੀ ਦੇ ਘਰ ਪਹੁੰਚ ਗਏ। ਬਦਨ ਬਿਲੋਕਤ ਹਰਿਖੇ ਸੋ। ਹਾਂ, ਜਦੋਂ ਜੈ ਰਾਮ ਜੀ ਨੇ ਦੇਖਿਆ ਕਿ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਆ ਗਏ ਹਨ ਔਰ ਮਾਤਾ ਸੁਲੱਖਣੀ ਜੀ ਆ ਗਏ ਹਨ ਤਾਂ ਬੜੇ ਖੁਸ਼ ਹੋਏ। ਸਾਦਰ ਧਾਰ ਕਰੀ ਪਦ ਬੰਦਨ। ਹਾਂ, ਬੜਾ ਆਦਰ ਸਤਿਕਾਰ ਕੀਤਾ ਬੇਬੇ ਨਾਨਕੀ ਜੀ ਨੇ ਵੀ ਔਰ ਜੈ ਰਾਮ ਜੀ ਨੇ ਵੀ। ਕਰ ਪਕਰੇ ਯੁਗ ਦੋਖ ਨਿਕੰਦਨ। ਸੋ ਇਸ ਤਰ੍ਹਾਂ ਕਰਕੇ ਜੈ ਰਾਮ ਜੀ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦੇ ਚਰਨਾਂ ਤੇ ਮੱਥਾ ਟੇਕਣ ਨੂੰ ਦੌੜਿਆ ਕਿ ਮੈਂ ਨਮਸਕਾਰ ਕਰਾਂ ਮਹਾਰਾਜ ਜੀ ਨੂੰ, ਔਰ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਨੇ ਉਸ ਨੂੰ ਰੋਕ ਲਿਆ। ਕੁਸ਼ਲ ਪ੍ਰਸ਼ਨ ਕਰ ਮੰਚ ਪਰ ਬੈਸੇ। ਹਾਂ, ਫੇਰ ਸੁਖ ਸ਼ਾਂਤੀ ਪੁੱਛੀ। ਸੁਖ ਸ਼ਾਂਤੀ ਪੁੱਛ ਕੇ ਫਿਰ ਸਾਰਿਆਂ ਨੂੰ ਇੱਕ ਪਾਸੇ ਮੰਜੇ ਤੇ ਬਿਠਾ ਲਿਆ ਗਿਆ। ਦਇਓ ਸੁਸਾਸੋਂ ਨੇ ਹਰ ਸੰਦੇਸੇ। ਸੋ ਇਸ ਪ੍ਰਕਾਰ ਮਾਤਾ ਸੁਲੱਖਣੀ ਜੀ ਨੇ ਬੇਬੇ ਨਾਨਕੀ ਜੀ ਨੂੰ ਆਪਣੇ ਸਹੁਰੇ ਪਰਿਵਾਰ ਦਾ ਜੋ ਸੁਖ ਸੁਨੇਹਾ ਸੀ ਉਹ ਬੇਬੇ ਨਾਨਕੀ ਜੀ ਨੂੰ ਸਾਰਾ ਦੱਸਿਆ। ਬਹਰ ਸੁਲੱਖਣੀ ਪ੍ਰਵਸ਼ੀ ਸਦਨਾ। ਹਾਂ, ਫਿਰ ਮਾਤਾ ਸੁਲੱਖਣੀ ਜੀ ਬੇਬੇ ਨਾਨਕੀ ਜੀ ਦੇ ਨਾਲ ਅੰਦਰ ਕਮਰੇ ਵਿੱਚ ਬੈਠ ਜਾਂਦੇ ਨੇ ਔਰ ਜੈ ਰਾਮ ਜੀ ਤੇ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਬਾਹਰ ਵਿਹੜੇ ਦੇ ਵਿੱਚ ਆਪਣਾ ਮੰਜੇ ਤੇ ਬੈਠ ਕੇ ਵਾਰਤਾਲਾਪ ਲੱਗ ਪਏ ਕਰਨ। ਬੇਬੇ ਨਾਨਕੀ ਜੀ ਤੇ ਮਾਤਾ ਸੁਲੱਖਣੀ ਜੀ ਜਲ ਪਾਣੀ ਲਾਗੇ ਤਿਆਰ ਕਰਨਾ। ਬਿਗਸਿਓ ਕਮਲ ਨਾਨਕੀ ਬਦਨਾ। ਹਾਂ, ਬੇਬੇ ਨਾਨਕੀ ਜੀ ਆਪਣੇ ਨਾਲ ਮਾਤਾ ਸੁਲੱਖਣੀ ਜੀ ਨੂੰ ਦੇਖ ਕੇ ਬੜੇ ਖੁਸ਼ ਹੁੰਦੇ ਹਨ। ਬੰਧਨ ਕਰਤ ਲੀਨ ਘਰ ਲਾਈ। ਹਾਂ, ਬੜਾ ਪਿਆਰ ਕਰਦੇ ਨੇ। ਮਾਤਾ ਸੁਲੱਖਣੀ ਜੀ ਨੇ ਜਦੋਂ ਮੱਥਾ ਟੇਕਿਆ ਬੇਬੇ ਨਾਨਕੀ ਜੀ ਨੂੰ ਵੱਡੀ ਜਾਣ ਕੇ, ਤਾਂ ਬੇਬੇ ਨਾਨਕੀ ਜੀ ਨੇ ਉਹਨੂੰ ਬਾਹਾਂ ਤੋਂ ਫੜ ਕੇ ਆਪਣੇ ਗਲਵੱਕੜੀ ਦੇ ਵਿੱਚ ਲੈ ਲਿਆ, ਵੱਡਾ ਪਿਆਰ ਕੀਤਾ। ਜਨਮ ਰੰਕ ਜਿਉ ਨਵ ਨਿਦ ਪਾਈ। ਹਾਂ, ਇਸ ਪ੍ਰਕਾਰ ਖੁਸ਼ ਹੋਏ
ਬੇਬੇ ਨਾਨਕੀ ਜੀ ਵੀ ਤੇ ਮਾਤਾ ਸੁਲੱਖਣੀ ਸੀ। ਜਿਵੇਂ ਉਦਾਹਰਨ ਦਿੰਦੇ ਨੇ, ਜਿਵੇਂ ਬਹੁਤ ਕੰਗਾਲ ਆਦਮੀ ਨੂੰ ਧਨ ਪ੍ਰਾਪਤ ਹੋ ਜਾਵੇ ਬਹੁਤ ਜ਼ਿਆਦਾ, ਤੇ ਉਹਦੇ ਅੰਦਰ ਇੰਨੀ ਖੁਸ਼ੀ ਆ ਜਾਂਦੀ ਹੈ ਕਿ ਮਨ ਉਹਦੀ ਖੁਸ਼ੀ ਦਾ ਕੋਈ ਟਿਕਾਣਾ ਨਹੀਂ ਰਹਿੰਦਾ। ਇਸੇ ਪ੍ਰਕਾਰ ਬੇਬੇ ਨਾਨਕੀ ਜੀ ਮਾਤਾ ਸੁਲੱਖਣੀ ਜੀ ਨੂੰ ਮਿਲ ਕੇ ਬੜੇ ਖੁਸ਼ ਹੋਏ ਹਨ। ਪੀੜਾ ਸੁੰਦਰ ਸਦਨ ਡਸਾਵਾ। ਹਾਂ, ਬੜਾ ਸੁੰਦਰ ਪੀੜਾ ਡਾਇਆ ਗਿਆ ਜਿਹਦੇ ਉੱਪਰ ਮਾਤਾ ਸੁਲੱਖਣੀ ਜੀ ਨੂੰ ਬਿਠਾਉਂਦੇ ਹਨ। ਤਾਂ ਪਰ ਕਲਪਾ ਰੁਚਿਰ ਬਸਾਵਾ। ਹਾਂ, ਬੜਾ ਪਿਆਰ ਦੇ ਨਾਲ, ਬੜੇ ਪਿਆਰ ਦੇ ਨਾਲ ਪੀੜਾ ਸੁੰਦਰ ਡਾਹ ਕੇ ਬੇਬੇ ਨਾਨਕੀ ਜੀ ਮਾਤਾ ਸੁਲੱਖਣੀ ਜੀ ਨੂੰ ਬਿਠਾਉਂਦੇ ਹਨ। ਸੁਨਿਐ ਸ੍ਰੀ ਅੰਗਦ ਕਹਿ ਬਾਲਾ। ਹੁਣ ਭਾਈ ਬਾਲਾ ਜੀ ਇਹ ਸਾਰੀ ਸਾਖੀ ਸੁਣਾ ਰਿਹਾ। ਭਾਈ ਬਾਲਾ ਜੀ ਕਹਿਣ ਲੱਗੇ ਕਿ ਇਹ ਧੰਨ ਸਾਹਿਬ ਸ੍ਰੀ ਗੁਰੂ ਅੰਗਦ ਦੇਵ ਜੀ ਮਹਾਰਾਜ, ਜਦੋਂ ਮੈਨੂੰ ਪਤਾ ਲੱਗਿਆ ਕਿ ਰਾਏ ਭੋਏ ਦੀ ਤਲਮੰਡੀ ਤੋਂ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਸੁਲਤਾਨਪੁਰ ਲੋਧੀ ਜੈ ਰਾਮ ਜੀ ਦੇ ਘਰ ਆ ਗਏ ਹਨ, ਤਾਂ ਉਸ ਵੇਲੇ ਮੇਰੇ ਮਨ ਵਿੱਚ ਵੀ ਬੜਾ ਉਤਸ਼ਾਹ ਹੋਇਆ ਕਿ ਮੈਂ ਜਾ ਕੇ ਮਹਾਰਾਜ ਜੀ ਦੇ ਦਰਸ਼ਨ ਕਰਾਂ। ਇਸ ਤਰ੍ਹਾਂ ਭਾਈ ਬਾਲਾ ਜੀ ਕਹਿੰਦੇ ਨੇ ਕਿ ਹੇ ਗੁਰੂ ਅੰਗਦ ਦੇਵ ਜੀ, ਹਾਂ ਸੁਨ ਸੁਦਿਆਪਨ ਤਤਕਾਲਾ। ਜਦੋਂ ਮੈਨੂੰ ਸੁਧ ਖਬਰ ਮਿਲੀ ਕਿ ਮਹਾਰਾਜ ਜੀ ਆ ਗਏ ਹਨ, ਮੈਂ ਉਸੇ ਵੇਲੇ ਮੋਦੀ ਖਾਨੇ ਤੋਂ ਮਹਾਰਾਜ ਦੇ ਦਰਸ਼ਨ ਕਰਨ ਵੱਲ ਚੱਲ ਪਿਆ। ਗਮਨਿਓ ਜਹ ਬੈਸੇ ਗਤ ਦਾਈ। ਉੱਥੇ ਚਲਾ ਗਿਆ ਜਿੱਥੇ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਬੈਠੇ ਸਨ। ਹਾਂਜੀ, ਦਰਸ ਹ੍ਰਿਦੇ ਲਾਲਸ ਅਧਿਕਾਈ। ਮੇਰੇ ਹਿਰਦੇ ਵਿੱਚ ਭਾਈ ਬਾਲਾ ਜੀ ਕਹਿਣ ਲੱਗਿਆ, ਬੜੀ ਦਰਸ਼ਨਾਂ ਦੀ ਤਾਂਘ ਸੀ, ਮੈਨੂੰ ਬੜੀ ਦਰਸ਼ਨਾਂ ਦੀ ਪਿਆਸ ਸੀ, ਬੜੀ ਤੀਬਰ ਇੱਛਾ ਸੀ। ਇਸ ਕਰਕੇ ਮੈਂ ਕਾਹਲੀ ਕਾਹਲੀ ਦੇ ਵਿੱਚ ਤੁਰਿਆ ਉੱਥੋਂ ਦਰਸ਼ਨ ਕਰਨ ਵਾਸਤੇ। ਜਬ ਹੈ ਬਿਲੋਕੇ ਬੇਦੀ ਨੰਦਨ। ਹਾਂ, ਜਦੋਂ ਹੁਣ ਮੈਂ ਦੇਖਿਆ ਬੇਦੀ ਕੁਲ ਦੇ ਰਤਨ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਨੂੰ ਦੇਖਿਆ ਮੈਂ, ਭਾਈ ਬਾਲਾ ਜੀ ਲੱਗੇ ਕਹਿਣ, ਪਦ ਅਰਬਿੰਦ ਹੈ ਕੀਨੀ ਬੰਦਨ। ਤਾਂ ਮੈਂ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਚਰਨਾਂ ਤੇ ਮੱਥਾ ਟੇਕਿਆ। ਤਾਂ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿਣ ਲੱਗੇ, ਆਓ ਭਾਈ ਬਾਲਾ ਜੀ, ਤੈਨੂੰ ਕਰਤਾਰ ਚਿੱਤ ਆਵੇ। ਇਸ ਤਰ੍ਹਾਂ ਕਹਿੰਦਾ ਭਾਈ ਬਾਲਾ ਜੀ। ਫਿਰ ਮੈਨੂੰ ਆਸ਼ੀਰਵਾਦ ਦਿੱਤਾ ਸੀ ਮਹਾਰਾਜ ਜੀ ਨੇ, ਚਿਤ ਕਰਤਾਰ ਰਹਿ ਕਹਿ ਬਾਨੀ। ਇਸ ਤਰ੍ਹਾਂ ਦਾ ਆਸ਼ੀਰਵਾਦ ਦਿੱਤਾ, ਭਾਈ ਬਾਲਾ ਤੈਨੂੰ ਕਰਤਾਰ ਚਿੱਤ ਆਵੇ। ਕੁਸ਼ਲ ਬੂਝ ਬਹੁ ਕਰੁਣਾ ਠਾਨੀ। ਇਸ ਪ੍ਰਕਾਰ ਸਾਰਾ ਹਾਲ ਚਾਲ ਪੁੱਛ ਕੇ ਬੜੇ ਪਿਆਰ ਦੇ ਨਾਲ ਹਾਂ ਬੋਲਿਓ ਨਿਤ ਕੁਸ਼ਲ ਹੈ ਮੇਰੇ। ਫਿਰ ਮੈਨੂੰ ਕਹਿੰਦੇ, ਭਾਈ ਬਾਲਾ ਸਭ ਠੀਕ ਠਾਕ ਹੈ ਭਾਈ? ਤਾਂ ਉਸ ਵੇਲੇ ਭਾਈ ਬਾਲਾ ਜੀ ਕਹਿਣ ਲੱਗੇ ਕਿ ਹੇ ਸੱਚੇ ਪਾਤਸ਼ਾਹ ਗੁਰੂ ਨਾਨਕ ਦੇਵ ਜੀ ਮਹਾਰਾਜ, ਜਦੋਂ ਮੈਨੂੰ ਇਸ ਤਰ੍ਹਾਂ ਪੁੱਛਿਆ ਹੇ ਗੁਰੂ ਅੰਗਦ ਦੇਵ ਜੀ, ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਕਿ ਭਾਈ ਬਾਲਾ ਸਭ ਕੁਝ ਠੀਕ ਠਾਕ ਹੈ, ਮੋਦੀ ਖਾਨੇ ਦੀ ਕਾਰ ਠੀਕ ਚੱਲਦੀ ਹੈ? ਤਾਂ ਫਿਰ ਮੈਂ ਕਿਹਾ, ਹੋਂ ਬੋਲਿਓ ਨਿਤ ਖੁਸਲ ਹੈ ਮੇਰੇ, ਕਿ ਮਹਾਰਾਜ ਜੀ ਮੈਂ ਖੁਸਲ ਮੰਗਲ ਹਾਂ, ਮੈਂ ਠੀਕ ਠਾਕ ਹਾਂ, ਆਨੰਦ ਵਿੱਚ ਹਾਂ, ਆਪ ਦੀ ਬੜੀ ਕਿਰਪਾ ਹੈ। ਹਾਂਜੀ, ਕਰੇ ਨਿਕੰਦਨ ਦੁਖ ਇਕ ਵੇਰੇ। ਮਹਾਰਾਜ ਜੀ ਜਦ ਦੀ ਆਪ ਜੀ ਨੇ ਮਿਹਰ ਭਰੀ ਦ੍ਰਿਸ਼ਟੀ ਮੇਰੇ ਉੱਪਰ ਪਾਈ ਆ, ਉਦੋਂ ਤਾਂ ਮੇਰੇ ਸਾਰੇ ਹੀ ਦੁੱਖ ਨਾਸ ਹੋ ਗਏ। ਮੇਰੇ ਚਿੱਤ ਦੀ ਕਲਪਨਾ ਵੀ ਚਲੀ ਗਈ, ਦੁੱਖ ਵੀ ਚਲਿਆ ਗਿਆ, ਫਿਕਰ ਚਿੰਤਾ ਸਭ ਚਲਿਆ ਗਿਆ। ਇਹ ਹੋਇਆ ਕਿਹਦੇ ਕਾਰਨ ਹੈ? ਤੁਹਾਡੀ ਮਿਹਰ ਦੀ ਨਿਗਾਹ ਕਰਕੇ। ਹੇ ਸੱਚੇ ਪਾਤਸ਼ਾਹ, ਜਦੋਂ ਤੋਂ ਤੁਸੀਂ ਮੇਰੇ ਉੱਪਰ ਨਿਗਾਹ ਪਾਈ ਹੈ ਨਾ, ਉਦੋਂ ਤੋਂ ਦੁੱਖ ਤਕਲੀਫ ਫਿਕਰ ਚਿੰਤਾ ਮੇਰ ਤੇਰ ਇਹ ਸਭ ਦੂਰ ਹੋ ਗਏ ਹਨ। ਇਸ ਤਰ੍ਹਾਂ ਭਾਈ ਬਾਲਾ ਜੀ ਕਿਸੇ ਰੰਗੀ ਰੱਬੀ ਰੰਗ ਦੇ ਵਿੱਚ ਆ ਕੇ ਮਹਾਰਾਜ ਜੀ ਦੇ ਨਾਲ ਵਚਨ ਕਰ ਰਹੇ ਹਨ। ਧਿਆਨ ਤੁਮਾਰੋ ਹਿਰਦੇ ਬਸਾਵਾ। ਹਾਂ, ਦੇਖਿਆ ਮਹਾਰਾਜ ਜੀ ਨੂੰ ਕਹਿੰਦਾ, ਮਹਾਰਾਜ ਜੀ ਹਮੇਸ਼ਾ ਹੀ ਤੁਹਾਡਾ ਧਿਆਨ ਮੇਰੇ ਹਿਰਦੇ ਵਿੱਚ ਵਸਿਆ ਰਹਿੰਦਾ ਹੈ। ਹਾਂਜੀ, ਤੀਨ ਤਾਪ ਤਨ ਛੋਹਨ ਨ ਪਾਵਾ। ਹਾਂ, ਤੁਹਾਡੇ ਧਿਆਨ ਜਦੋਂ ਮੇਰੇ ਹਿਰਦੇ ਵਿੱਚ ਰਹਿੰਦਾ ਹੈ ਔਰ ਤੁਹਾਡਾ ਮਿਹਰ ਭਰਿਆ ਹੱਥ ਮੇਰੇ ਸਿਰ ਤੇ ਰਹਿੰਦਾ ਹੈ, ਤਾਂ ਮੈਨੂੰ ਤਾਂ ਤਿੰਨੇ ਤਾਪ ਵੀ ਨਹੀਂ ਛੂਹ ਸਕਦੇ। ਆਦ ਵਿਆਦ ਉਪਾਦ। ਆਦ ਜੋ
ਮਨ ਦੇ ਰੋਗ ਹਨ, ਵਿਆਧ ਸਰੀਰਕ ਰੋਗ ਹਨ, ਉਪਾਦ ਭਰਮ ਭੁਲੇਖੇ। ਸੋ ਇਸ ਤਰ੍ਹਾਂ ਕਰਕੇ ਇਹ ਤਿੰਨੇ ਤਰ੍ਹਾਂ ਦਾ ਰੋਗ ਨਹੀਂ ਮੈਨੂੰ ਲੱਗ ਸਕਦਾ। ਕਿਉਂ ਨਹੀਂ ਲੱਗ ਸਕਦਾ? ਕਿਉਂਕਿ ਤੁਹਾਡਾ ਸਿਰ ਤੇ ਮੇਰੇ ਮਿਹਰ ਭਰਿਆ ਹੱਥ ਹੈ। ਤੁਸੀਂ ਮੇਰੇ ਰਖਵਾਲੇ ਜੋ ਬਣੇ ਹੋ। ਇਸ ਤਰ੍ਹਾਂ ਭਾਈ ਬਾਲਾ ਜੀ ਨੇ ਕਿਹਾ। ਚੌਪਈ ਪ੍ਰੇਮੀ ਹੁਤੇ ਨਗਰ ਕੇ ਜੇ। ਹੁਣ ਜਿੰਨੇ ਵੀ ਸੁਲਤਾਨਪੁਰ ਲੋਧੀ ਦੇ ਪ੍ਰੇਮੀ ਸਨ, ਮਹਾਰਾਜ ਜੀ ਦੇ ਸ਼ਰਧਾਲੂ ਸਨ, ਸੇਵਕ ਸਨ, ਸਿੱਖ ਸਨ, ਸਾਰੇ ਦਰਸ਼ਨ ਕਰਨ ਆਏ ਸਭ ਤੇ। ਬਸ ਅੱਗੇ ਤੋਂ ਅੱਗੇ ਪਤਾ ਲੱਗਦਾ ਗਿਆ, ਦਰਸ਼ਨ ਕਰਨ ਵਾਸਤੇ ਆਉਂਦੇ ਗਏ। ਬੰਦ ਹੈ ਪਦ ਅਰਬਿੰਦ ਮੁਕੰਦਾ। ਹੱਥ ਜੋੜ ਕੇ ਮੁਕਤੀ ਦੇ ਦਾਤੇ ਦੇ ਸਾਹਮਣੇ ਬੰਦਨਾ ਕਰਦੇ ਨੇ, ਨਮਸਕਾਰਾਂ ਕਰਦੇ ਨੇ ਔਰ ਮਨ ਦੀ ਆਪਣੀ ਇੱਛਾ ਜ਼ਾਹਰ ਕਰਦੇ ਹਨ। ਸਨਮਾਨ ਹੈ ਸਭ ਕੋ ਸੁਖ ਕੰਦਾ। ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦਾ ਸੁਭਾਅ ਸੀ ਹਰ ਇੱਕ ਨਾਲ ਮਿੱਠਾ ਬੋਲਣਾ, ਹਰ ਇੱਕ ਦਾ ਆਦਰ ਮਾਣ ਕਰਨਾ, ਹਰ ਇੱਕ ਨਾਲ ਪਿਆਰ ਕਰਨਾ, ਅਦਬ ਸਤਿਕਾਰ ਕਰਨਾ। ਐਸੀ ਮਹਾਰਾਜ ਦੀ ਮੂਰਤ ਸੀ। ਸਾਰੇ ਬਲਿਹਾਰੇ ਬਲਿਹਾਰੇ ਜਾਂਦੇ ਸਨ। ਮਿੱਠ ਬੋਲੜਾ ਜੀ, ਮਿੱਠ ਬੋਲੜਾ ਸੁਭਾਅ ਸੀ ਮਹਾਰਾਜ ਜੀ ਦਾ। ਹਾਂਜੀ, ਅਸਬਿਦ ਬਾਸੁਰ ਸਰਬ ਬਿਤਾਵਾ। ਇਸ ਤਰ੍ਹਾਂ ਕਰਕੇ ਸਾਰਾ ਦਿਨ ਉਹ ਦਿਨ ਬਤੀਤ ਹੋ ਗਿਆ। ਭਾਈ ਬਾਲਾ ਜੀ ਕਹਿੰਦੇ ਸਾਰਾ ਦਿਨੇ ਕਦੇ ਕੋਈ ਮਿਲਣ ਆ ਗਿਆ, ਕਦੇ ਕੋਈ ਮਿਲਣ ਆ ਗਿਆ। ਮਹਾਰਾਜ ਜੀ ਬੜੇ ਅਦਬ ਸਤਿਕਾਰ ਦੇ ਨਾਲ ਉਸ ਨੂੰ ਕੋਲੇ ਬਿਠਾਉਂਦੇ, ਉਹਦੇ ਨਾਲ ਗੱਲਬਾਤ ਕਰਦੇ। ਹਾਂਜੀ, ਭਈ ਪਰ ਦੋਖ ਤਿਮਰ ਨ ਬਚਾਵਾ। ਤਾਂ ਫੇਰ ਸ਼ਾਮ ਹੋਈ, ਹਨੇਰਾ ਹੋ ਗਿਆ, ਸਾਰਿਆਂ ਨੇ ਲੰਗਰ ਪ੍ਰਸ਼ਾਦਾ ਛਕਿਆ। ਨਾਨਾ ਰਸ ਬਿੰਜਨ ਕਰਿਵਾਏ। ਸਭ ਪ੍ਰਕਾਰ ਦਾ ਭੋਜਨ ਤਿਆਰ ਕੀਤਾ ਗਿਆ ਬੇਬੇ ਨਾਨਕੀ ਜੀ ਦੁਆਰਾ ਔਰ ਮਾਤਾ ਸੁਲੱਖਣੀ ਜੀ ਨੇ ਰਲ ਕੇ ਪ੍ਰਸ਼ਾਦਾ ਪਾਣੀ ਬਣਾਇਆ। ਤਾਂ ਫਿਰ ਭਾਈ ਬਾਲਾ ਜੀ ਕਹਿਣ ਲੱਗਿਆ, ਮਹਾਰਾਜ ਉਸ ਦਿਨ ਮੈਂ ਵੀ, ਭਾਈ ਜੈ ਰਾਮ ਜੀ, ਮਹਾਰਾਜ ਜੀ, ਹੋਰ ਕਿੰਨੀ ਸੰਗਤ ਜਿੰਨੀ ਵੀ ਮਿਲਣ ਵਾਲੀ ਆਈ, ਸਾਰਿਆਂ ਨੇ ਪ੍ਰਸ਼ਾਦਾ ਪਾਣੀ ਛਕਿਆ। ਨਿਕਟ ਨਾਨਕੀ ਬੈਸ ਜਿਵਾਏ। ਹਾਂ, ਬੇਬੇ ਨਾਨਕੀ ਜੀ ਇੰਨਾ ਪ੍ਰੇਮ ਕਰਦੇ ਨੇ ਕਿ ਸਾਰਿਆਂ ਨੂੰ ਛਕਾਉਣ ਤੋਂ ਬਾਅਦ ਮਾਤਾ ਸੁਲੱਖਣੀ ਜੀ ਨੂੰ ਵੀ ਨੇੜੇ ਬੈਠ ਕੇ ਆਪਣੇ ਤੋਂ ਛੋਟੀ ਜਾਣ ਕੇ ਬੜਾ ਅਦਬ ਸਤਿਕਾਰ ਕਰਦੀ ਹੈ। ਬੇਬੇ ਨਾਨਕੀ ਜੀ ਨੇੜੇ ਬੈਠ ਬੈਠ ਕੇ ਪ੍ਰਸ਼ਾਦ ਪਾਣੀ ਛਕਾਉਂਦੀ ਹੈ ਮਾਤਾ ਸੁਲੱਖਣੀ ਜੀ ਨੂੰ। ਰੈਨ ਵਿਖੈ ਸੈਨੰਗ ਪੁਨ ਕੀਨੀ। ਸੋ ਇਸ ਪ੍ਰਕਾਰ ਫਿਰ ਉੱਥੇ ਹੀ ਸਾਰਿਆਂ ਨੇ ਆਰਾਮ ਕੀਤਾ। ਬਹੁ ਕਿੰਕਰ ਕੋ ਜਿਨ ਗਤ ਦੀਨੀ। ਹਾਂ, ਦੁਆਰੇ ਪੜਿਓ। ਹਾਂਜੀ, ਬਹੁ ਕਿੰਕਰ ਕੋ ਜਿਨ ਗਤ ਦੀਨੀ। ਹਾਂ, ਮਹਾਰਾਜ ਜੀ ਨੇ ਗਿਣਤੀ ਮਿਣਤੀ ਨਹੀਂ ਹੈ, ਕਿੰਨਿਆਂ ਨੂੰ ਮੁਕਤੀ ਦੇ ਦਾਤੇ ਸੁਖ ਬਖਸ਼ਦੇ ਸਨ। ਇਸ ਪ੍ਰਕਾਰ ਸੁਖਾਂ ਦੇ ਦਾਤੇ ਨੇ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ, ਭਾਈ ਜੈ ਰਾਮ ਜੀ, ਹੋਰ ਸਾਰੇ ਸਾਖ ਸੰਬੰਧੀ। ਭਾਈ ਬਾਲਾ ਜੀ ਕਹਿੰਦੇ ਮੁਕਤੀ ਦੇ ਦਾਤੇ ਇਸ ਤਰ੍ਹਾਂ ਸਭ ਨੂੰ ਮੁਕਤੀ ਬਖਸ਼ਦੇ ਹਨ, ਦਾਤਾਂ ਬਰਸਾਉਂਦੇ ਨੇ ਔਰ ਸਭ ਤੇ ਕਿਰਪਾ ਕਰਦੇ ਨੇ, ਮਿਹਰ ਕਰਦੇ ਹਨ। ਇਸ ਪ੍ਰਕਾਰ ਕਹਿਣ ਲੱਗੇ ਮੁਕਤੀ ਦੇ ਦਾਤਾ ਜੀ ਫਿਰ ਰਾਮ ਲੱਗ ਪਏ ਕਰਨ। ਸਵਾ ਜਾਮ ਨਿਸ ਤਜੀ ਗੁੜਾਕਾ। ਜੋ ਸੁਭਾਅ ਸੀ ਮਹਾਰਾਜ ਦੇ ਨਿੱਤ ਦਾ, ਭਾਈ ਬਾਲਾ ਜੀ ਕਹਿੰਦੇ ਸਵਾ ਪਹਿਰ ਰਹਿੰਦਿਆਂ ਉੱਠ ਜਾਂਦੇ। ਸਵਾ ਪਹਿਰ ਰਹਿ ਕੇ ਉੱਠ ਪਏ ਔਰ ਫਿਰ ਇਸ਼ਨਾਨ ਪਾਣੀ ਕੀਤਾ ਅੰਮ੍ਰਿਤ ਵੇਲੇ। ਹਾਂਜੀ, ਉਠੇ ਸ਼ਾਤੀਦਾ ਦਰਸ਼ਨ ਜਾਂਕਾ। ਹਾਂ, ਕਹਿਣ ਲੱਗੇ ਭਾਈ ਬਾਲਾ ਜੀ ਕਹਿੰਦੇ ਮੈਂ ਵੀ ਉੱਠ ਜਾਂਦਾ ਸੀ ਅੰਮ੍ਰਿਤ ਵੇਲੇ ਹੀ। ਕਹਿੰਦੇ ਮਹਾਰਾਜ ਜੀ ਦੇ ਦਰਸ਼ਨ ਕਰਕੇ ਸਾਰੇ ਪਾਸੇ ਸ਼ਾਂਤੀ ਹੈ, ਸ਼ਾਂਤੀ ਵਰਤ ਜਾਂਦੀ। ਅੰਮ੍ਰਿਤ ਵੇਲੇ ਜਦੋਂ ਮਹਾਰਾਜ ਦਾ ਦਰਸ਼ਨ ਕਰਦੇ ਮਨ ਦੇ ਵਿੱਚ ਚਾਉ ਚੜ ਜਾਂਦਾ, ਸਹਿਜੇ ਮਨ ਭਜਨ ਬੰਦਗੀ ਦੇ ਵਿੱਚ ਟਿਕ ਜਾਂਦਾ। ਇਸ ਤਰ੍ਹਾਂ ਭਾਈ ਬਾਲਾ ਜੀ ਕਹਿੰਦੇ ਹਨ। ਸਭਨ ਸੋਚ ਸੋ ਕੀਨ ਸ਼ਨਾਨਾ। ਫਿਰ ਜੈ ਰਾਮ ਜੀ ਸਾਰੇ ਅੰਮ੍ਰਿਤ ਵੇਲਾ ਸਾਂਭਦੇ, ਸਾਰੇ ਬੰਦਗੀ ਕਰਦੇ, ਸਾਰਿਆਂ ਨੇ ਇਸ਼ਨਾਨ ਪਾਣੀ ਕੀਤਾ ਔਰ ਪਰਮੇਸ਼ਰ ਦੀ ਬੰਦਗੀ ਦੇ ਵਿੱਚ ਲੀਨ ਹੋਏ। ਆਸਨ ਕਰ ਬੈਸੇ ਨਿਜ ਧਿਆਨਾ। ਹਾਂ, ਦੇਖੋ ਸਾਰੇ ਫਿਰ ਸਿਮਰਨ ਲੱਗ ਪਏ ਕਰਨ।
ਆਸਣ ਤੇ ਬੈਠ ਕੇ ਪਰਮੇਸ਼ਰ ਦਾ ਨਾਮ ਜਪਣ ਲੱਗ ਪਏ। ਸਿਮਰਨ ਸੇ ਹੋਈ ਜਬ ਭੋਰਾ, ਹੁਣ ਜਦੋਂ ਦਿਨ ਚੜ ਗਿਆ, ਹਨੇਰਾ ਹਟ ਗਿਆ, ਗਬਨੇ ਬਾਹਰ ਨਿਖਦਿਆ ਆਰਾ, ਤੇ ਸਾਰੇ ਆਪੋ ਆਪਣੇ ਕੰਮ ਕਾਜ ਲੱਗ ਪਏ। ਬੀਬੇ ਨਾਨਕੀ ਜੀ, ਮਾਤਾ ਸੁਲੱਖਣੀ ਸੀ, ਚਾਹ ਪਾਣੀ ਤਿਆਰ ਕਰਨਾ ਜਾਂ ਦੁੱਧ ਰਿੜਕਣਾ, ਔਰ ਫਿਰ ਜਾਂ ਡੰਗਰ ਪਸ਼ੂ ਦੇ ਧਾਰਾਂ ਚੋਣੀਆਂ। ਉਸ ਵੇਲੇ ਖੜਕਾ ਹੋਣ ਲੱਗ ਜਾਂਦਾ। ਭਾਈ ਬਾਲਾ ਜੀ ਕਹਿੰਦੇ ਫਿਰ ਉਸ ਵਕਤ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਸਮਾਧੀ ਤੋਂ ਉਥਾਨ ਹੋ ਕੇ ਫਿਰ ਸਵਖਤੇ ਹੀ ਸੱਜਰੇ ਹੀ ਮੋਦੀ ਖਾਨੇ ਦੇ ਉੱਤੇ ਪਹੁੰਚ ਜਾਂਦੇ, ਔਰ ਮੋਦੀ ਖਾਨੇ ਨੇ ਉੱਥੇ ਜਾ ਕੇ ਹਾਂਜੀ ਕਰਨੇ ਲਗੇ ਬੈਸ ਕ੍ਰਿਤ ਮੋਦੀ, ਫਿਰ ਮੋਦੀ ਖਾਨੇ ਤੇ ਜਾ ਕੇ ਮਹਾਰਾਜ ਜੀ ਉਸੇ ਤਰ੍ਹਾਂ ਮੋਦੀ ਦੀ ਕਾਰ ਲੱਗ ਪਏ ਕਰਨ। ਲੈਣ ਦੇਣ ਕੀ ਜਿਉ ਨ੍ਰਿਪ ਲੋਦੀ, ਹਾਂ, ਜਿੰਨਾ ਵੀ ਨਵਾਬ ਦੌਲਤ ਖਾਂ ਦੇ ਨਾਲ ਲੈਣਾ ਦੇਣਾ ਸੀ, ਹਿਸਾਬ ਕਿਤਾਬ ਸੀ, ਭਾਈ ਬਾਲੇ ਜੀ ਨਾਲ ਲੱਗ ਪਏ ਗੱਲ ਕਰਨ ਵੀ ਕਿੰਨਾ ਸਮਾਨ ਉੱਥੇ ਪਹੁੰਚ ਗਿਆ, ਕਿੰਨਾ ਰਹਿ ਗਿਆ। ਇਹ ਸਾਰੀ ਗੱਲਬਾਤ ਲੱਗ ਪਏ ਜਾ ਕੇ ਕਰਨ। ਕਰਤ ਕੇਤ ਕਾ ਜਬ ਕਾਲ ਬਿਤਾਵਾ, ਹਾਂ, ਇਸ ਪ੍ਰਕਾਰ ਦੁਆਰੇ ਪੜ੍ਹਿਓ। ਕਰਤ ਕੇਤ ਕਾ ਜਬ ਕਾਲ ਬਿਤਾਵਾ, ਜਦੋਂ ਇਸ ਪ੍ਰਕਾਰ ਕਈ ਦਿਨ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਨੂੰ ਮੋਦੀ ਖਾਨੇ ਤੇ ਇਸ ਤਰ੍ਹਾਂ ਕਾਰ ਕਰਦਿਆਂ ਨੂੰ ਹੋਇਆ, ਤਾਂ ਇੱਕ ਦਿਨ ਕੀ ਹੁੰਦਾ ਹੈ, ਜੋ ਮੂਲ ਚੰਦ ਜੀ ਮਾਤਾ ਸੁਲੱਖਣੀ ਜੀ ਦੇ ਪਿਤਾ ਜੀ ਹਨ, ਉਹ ਆਪਣੀ ਪੁੱਤਰੀ ਨੂੰ ਲੈਣ ਵਾਸਤੇ ਆਏ ਹਨ। ਲੈਨ ਸੁਤਾਨ ਜਮੁਲਾ ਆਵਾ, ਹਾਂ, ਮੂਲ ਚੰਦ ਖੱਤਰੀ ਜੀ ਆਪਣੀ ਲੜਕੀ ਨੂੰ, ਵੀ ਲੜਕੀ ਦਾ ਜਿਵੇਂ ਵਿਆਹ ਹੁੰਦਾ ਹੈ, ਵਿਆਹ ਤੋਂ ਬਾਅਦ ਕੁਛ ਟਾਈਮ ਵਾਸਤੇ ਮਾਪੇ ਲੈਣ ਵਾਸਤੇ ਆ ਜਾਂਦੇ ਨੇ, ਤਾਂ ਇਸੇ ਪ੍ਰਕਾਰ ਆਪਣੀ ਲੜਕੀ ਨੂੰ ਲੈਣ ਵਾਸਤੇ ਮੂਲ ਚੰਦ ਜੀ ਆਏ ਹਨ। ਦੋਹਰਾ ਦੋਏ ਦਿਵਸ ਰਹਿ ਕਰ ਨਗਰ, ਲੇਤਨੀਆਂ ਨਿਜ ਸੰਗ। ਹੁਣ ਮੂਲ ਚੰਦ ਜੀ ਆਏ ਤਾਂ 2 ਦਿਨ ਰਹੇ ਸੁਲਤਾਨਪੁਰ ਲੋਧੀ। 2 ਦਿਨ ਬਾਅਦ ਰਹਿ ਕੇ ਉਹ ਆਪਣੀ ਲੜਕੀ ਨੂੰ ਨਾਲ ਲੈ ਕੇ ਫਿਰ ਯਾਨੀ ਵਾਪਸ ਚਲੇ ਜਾਂਦੇ ਨੇ ਆਪਣੇ ਨਗਰ ਨੂੰ। ਕ੍ਰਮ ਕ੍ਰਮ ਪਹੁੰਚਿਓ ਸਦਨ ਕੋ, ਮੂਲਾ ਹੋਏ ਉਮੰਗ। ਸੋ ਇਸ ਪ੍ਰਕਾਰ ਮੂਲ ਚੰਦ ਜੀ ਹੌਲੇ ਹੌਲੇ ਆਪਣਾ ਸਫ਼ਰ ਤੈਅ ਕਰਦੇ ਹੋਏ ਮਾਤਾ ਸੁਲੱਖਣੀ ਜੀ ਨੂੰ ਨਾਲ ਲੈ ਕੇ ਆਪਣੇ ਨਗਰ ਪਹੁੰਚ ਗਏ। ਪੂਰਬ ਉਰ ਉਦਾਰਤਾ ਜੈਸੀ, ਹੁਣ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦਾ ਸੁਭਾਅ ਉਹੀ ਹੈ ਜੋ ਪਹਿਲਾਂ ਦਾ ਸੀ, ਉਸੇ ਤਰ੍ਹਾਂ ਗਰੀਬਾਂ ਨੂੰ ਦਾਨ ਦਿੰਦੇ ਹਨ। ਕਰਹਿ ਬਹਾਰ ਸੁਖ ਸਾਗਰ ਤੈਸੀ, ਹਾਂ, ਉਸੇ ਤਰ੍ਹਾਂ ਸੁੱਖਾਂ ਦੇ ਦਾਤੇ ਉਸੇ ਤਰ੍ਹਾਂ ਮੋਦੀ ਦੀ ਕਾਰ ਕਰ ਰਹੇ ਹਨ, ਗਰੀਬਾਂ ਨੂੰ ਦਾਨ ਵੰਡਦੇ ਨੇ ਤੇ ਲੋੜਵੰਦਾਂ ਨੂੰ ਵਸਤੂਆਂ ਵੰਡੀ ਜਾਂਦੇ ਨੇ, ਭੁੱਖਿਆਂ ਨੂੰ ਅੰਨ ਪਾਣੀ ਤੇ ਨੰਗਿਆਂ ਨੂੰ ਕੱਪੜੇ, ਤੇ ਜਿਸ ਕਿਸੇ ਨੂੰ ਦਵਾਈ ਬੂਟੀ ਵਾਸਤੇ ਲੋੜ ਹੈ ਉਹਨੂੰ ਮਾਇਆ ਵੀ ਦੇਈ ਜਾਂਦੇ ਨੇ। ਇਸ ਪ੍ਰਕਾਰ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਸਭ ਦੀਆਂ ਮਨ ਦੀਆਂ ਮੁਰਾਦਾਂ ਪੂਰੀਆਂ ਕਰਦੇ ਹਨ। ਜਿਉ ਸੁਰ ਸਰਗਤ ਪ੍ਰਾਚੀ ਗਵਨੀ, ਸੋ ਇਸ ਪ੍ਰਕਾਰ ਜਿਵੇਂ ਗੰਗਾ ਹਮੇਸ਼ਾ ਪੂਰਬ ਵੱਲ ਹੀ ਵਹਿੰਦੀ ਹੈ, ਕਦੀ ਪੱਛਮ ਵੱਲ ਨਹੀਂ ਜਾਂਦੀ, ਕਭੈ ਨ ਬਹਿ ਰਹਿ ਪਸ਼ਚਮ ਅਵਨੀ। ਤਾਂ ਇਸ ਕਰਕੇ ਉਹ ਕਦੇ ਪੱਛਮ ਵੱਲ ਨਹੀਂ ਵਹਿੰਦੀ। ਜਿਵੇਂ ਸੂਰਜ ਹਮੇਸ਼ਾ ਪੂਰਬ ਤੋਂ ਚੜ੍ਹਦਾ, ਪੱਛਮ ਤੋਂ ਨਹੀਂ ਚੜ੍ਹਦਾ, ਉਹ ਆਪਣਾ ਸੁਭਾਅ ਨਹੀਂ ਛੱਡਦੇ। ਇਸੇ ਪ੍ਰਕਾਰ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਵੀ ਆਪਣਾ ਦਾਨੀ ਸੁਭਾਅ ਨਹੀਂ ਛੱਡਦੇ, ਪਰਉਪਕਾਰ ਕਰਨਾ ਨਹੀਂ ਛੱਡਦੇ, ਜੀਵਾਂ ਦੇ ਉੱਪਰ ਦਇਆ ਕਰਨੀ ਨਹੀਂ ਛੱਡਦੇ। ਇਸ ਪ੍ਰਕਾਰ ਭਾਈ ਬਾਲਾ ਜੀ ਕਹਿ ਰਹੇ ਹਨ, ਜਿਸ ਪ੍ਰਕਾਰ ਦੋਹਰਾ ਜਿਉ ਸੂਰਜ ਕੋ ਧਰਮ ਸੁਹਾਵਨ। ਹਾਂ, ਜਿਸ ਪ੍ਰਕਾਰ ਸੂਰਜ ਨੂੰ ਹਨੇਰਾ ਭਜਾਉਣਾ ਚੰਗਾ ਲੱਗਦਾ ਹੈ, ਸਦਾ ਤਿਮਰ ਕੋ ਕਰਹਿ ਨਸਾਵਨ। ਸੋ ਇਸੇ ਪ੍ਰਕਾਰ ਹੀ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਨੂੰ ਗਰੀਬਾਂ ਦਾ ਗਰੀਬੀ ਦੂਰ ਕਰਨ 'ਚ, ਦੁਖੀਆਂ ਦਾ ਦੁੱਖ ਦੂਰ ਕਰਨ 'ਚ, ਔਰ ਜਿਹੜੇ ਸੋਗ ਦੇ ਅਗਨ ਦੇ ਵਿੱਚ ਡੁੱਬੇ ਹੋਏ ਨੇ ਉਹਨਾਂ ਨੂੰ ਖੁਸ਼ ਕਰਨ ਦੇ ਵਿੱਚ ਮਹਾਰਾਜ ਜੀ ਹਮੇਸ਼ਾ ਤਿਆਰ ਪਰ ਤਿਆਰ ਰਹਿੰਦੇ ਨੇ। ਜਿਸ ਪ੍ਰਕਾਰ ਸੂਰਜ ਚੜ੍ਹਨ ਦੇ ਨਾਲ ਹਨੇਰਾ ਭੱਜ ਜਾਂਦਾ ਹੈ, ਇਸੇ ਪ੍ਰਕਾਰ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਪ੍ਰਤਾਪ ਦਾ ਸਦਕਾ ਗਰੀਬੀ
ਦੁੱਖ ਔਰ ਦਲਿੱਦਰ ਭੱਜਣ ਲੱਗ ਪਏ। त्यों रंकन को कष्ट निवारण ਇਸ ਪ੍ਰਕਾਰ ਗਰੀਬਾਂ ਦੇ ਦੁੱਖ ਦੂਰ ਕਰਦੇ ਹਨ। कर है सदा जो दास उबारन। ਹਾਂ, ਜੋ ਵੀ ਮਹਾਰਾਜ ਜੀ ਦੀ ਸ਼ਰਨ ਪੈਂਦਾ ਹੈ, ਜੋ ਕੋਈ ਵੀ ਅੱਗੇ ਆ ਕੇ ਹੱਥ ਅੱਡਦਾ ਹੈ, ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਉਹਦੇ ਪਰ ਕਿਰਪਾ ਕਰ ਦਿੰਦੇ ਹਨ। ज्यों सुर तर को सुभग सुपाऊ। ਜਿਸ ਪ੍ਰਕਾਰ ਹੁਣ ਉਦਾਹਰਨਾਂ ਦਿੰਦੇ ਨੇ ਕਿ ਜਿਵੇਂ ਕਲਪ ਬ੍ਰਿਸ਼ ਹੈ, ਕਲਪ ਬ੍ਰਿਸ਼ ਦਾ ਸੁਭਾਅ ਹੈ ਵੀ ਕਲਪ ਬ੍ਰਿਸ਼ ਦੇ ਨੀਚੇ ਆ ਕੇ ਜੋ ਵੀ ਚੀਜ਼ ਮੰਗਦਾ ਹੈ, ਇਹ ਸ਼ਕਤੀਆਂ ਨੇ ਦੇਵਪੁਰੀ ਦੇ ਵਿੱਚ ਕਲਪ ਬ੍ਰਿਸ਼ ਸੁਣੀਦਾ ਵੀ ਕੋਈ ਹੁੰਦਾ ਹੈ ਤੇ ਉਹਨੂੰ ਮੰਤਰਾ ਦੇ ਵਾਹਨ ਕਰਕੇ ਕੋਈ ਸਿੱਧ ਕਰਦੇ ਨੇ। ਤੇ ਜੇ ਕੋਈ ਉਹਦੇ ਕਲਪ ਬ੍ਰਿਸ਼ ਤੱਕ ਪਹੁੰਚ ਕਿਸੇ ਦੀ ਹੋ ਜਾਵੇ, ਜੋ ਕੋਈ ਵੀ ਕਲਪ ਬ੍ਰਿਸ਼ ਦੇ ਥੱਲੇ ਜਾ ਕੇ ਫੁਰਨਾ ਕਰਦਾ ਉਹ ਪੂਰਾ ਹੋ ਜਾਂਦਾ ਹੈ। ਸੋ ਇਸੇ ਪ੍ਰਕਾਰ ਭਾਈ ਬਾਲਾ ਜੀ ਕਹਿੰਦੇ ਨੇ ਮੇਰੇ ਸਤਿਗੁਰ ਧੰਨ ਗੁਰੂ ਨਾਨਕ ਦੇਵ ਜੀ ਕਲਪ ਬ੍ਰਿਸ਼ ਦੀ ਨਿਆਈ ਨੇ। ਜੋ ਕੋਈ ਵੀ ਮੋਦੀ ਖਾਨੇ ਦੇ ਸਾਹਮਣੇ ਆ ਕੇ ਫੁਰਨਾ ਕਰਦਾ, ਹੱਥ ਅੱਡਦਾ ਹੈ, ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਉਸੇ ਵੇਲੇ ਉਹਦੀ ਮਨ ਦੀਆਂ ਮੁਰਾਦਾਂ ਪੂਰੀਆਂ ਕਰ ਦਿੰਦੇ ਹਨ। जाचे छूछा छोर न काऊ। ਹਾਂ, ਕੋਈ ਵੀ ਮੰਗਣ ਵਾਲਾ ਖਾਲੀ ਨਹੀਂ ਜਾਂਦਾ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਕੋਲੋਂ। त्यों जो कर है अर्थ न रंका। ਸੋ ਇਸ ਕਰਕੇ ਇਸ ਪ੍ਰਕਾਰ ਭਾਈ ਬਾਲਾ ਜੀ ਕਹਿੰਦੇ ਹਨ ਜਾਚੇ ਛੂਛਾ ਛੋਰ ਨਾ ਕਾਊ। ਮੂੰਹ ਮੰਗੀਆਂ ਮੁਰਾਦਾਂ ਪਾਉਂਦੇ ਹਨ ਔਰ ਕੋਈ ਵੀ ਮੰਗਣ ਵਾਲਾ ਕਦੇ ਵੀ ਖਾਲੀ ਨਹੀਂ ਗਿਆ ਮਹਾਰਾਜ ਜੀ ਦੇ ਮੂਹਰੋਂ, ਮੋਦੀ ਖਾਨੇ ਦੇ ਮੂਹਰੋਂ। ਤਿਉਂ ਜੋ ਕਰੈ ਅਰਥ ਨਾ ਰੰਕਾ, ਦੇਹ ਸਭਿਨ ਕੋ ਬਦਨ ਮੇ ਅੰਕਾ। ਸੋ ਇਸ ਪ੍ਰਕਾਰ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਸਾਰਿਆਂ ਦੇ ਦਿਲਾਂ ਦੀ ਜਾਣਦੇ ਹਨ ਔਰ ਸਾਰਿਆਂ ਦੇ ਦਿਲਾਂ ਦੀਆਂ ਜਾਣ ਕੇ ਉਹਨਾਂ ਦੀਆਂ ਮੁਰਾਦਾਂ ਪੂਰੀਆਂ ਕਰਦੇ ਨੇ। ਭਾਵੇਂ ਕੋਈ ਹੱਥ ਅੱਡਦਾ, ਮੰਗਦਾ, ਨਹੀਂ ਵੀ ਮੰਗਦਾ, ਕਈ ਵਾਰੀ ਸ਼ਰਮ ਜਾਂਦਾ, ਕੋਈ ਨਹੀਂ ਮੰਗਦਾ, ਆ ਕੇ ਮੋਦੀ ਖਾਨੇ ਦੇ ਮੂਹਰੇ ਖੜ ਜਾਂਦਾ ਹੈ, ਪਰ ਸ਼ਰਮ ਦੇ ਮਾਰੇ ਕਈ ਵਾਰ ਮੰਗਿਆ ਨਹੀਂ ਜਾਂਦਾ। ਹੁਣ ਮਹਾਰਾਜ ਜੀ ਸਭ ਦੇ ਦਿਲਾਂ ਦੀਆਂ ਜਾਣਦੇ ਨੇ, ਪੜਦਾ ਵੀ ਰੱਖ ਲੈਂਦੇ ਨੇ ਮਹਾਰਾਜ ਔਰ ਉਹਦੇ ਮਨ ਦੀ ਮੁਰਾਦ ਵੀ ਪੂਰੀ ਕਰ ਦਿੰਦੇ ਨੇ। ਇਸ ਤਰ੍ਹਾਂ ਧੰਨ ਸਤਿਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਗਰੀਬਾਂ ਦੇ, ਦੁਖੀਆਂ ਦੇ ਪੜਦੇ ਕੱਜਦੇ ਨੇ, ਨਾਲੇ ਦਾਨ ਵੀ ਦਿੰਦੇ ਨੇ। ਨਹੀਂ ਤਾਂ ਆਮ ਸੁਭਾਅ ਹੁੰਦਾ ਵੀ ਜੇ ਕਿਸੇ ਦੀ 1 ਰੁਪਏ ਦੀ ਮਦਦ ਕੀਤੀ, ਉਹ ਸਾਰਾ ਰੌਲਾ ਪਾ ਕੇ ਉਹ ਵਿਚਾਰੇ ਨੂੰ ਉਹ ਸ਼ਰਮ ਦਾ ਮਾਰੇ ਡੁੱਬ ਜਾਂਦਾ ਜਿਹੜਾ ਕੋਈ ਕਿਸੇ ਦੀ ਮਦਦ ਲੈਂਦਾ। ਸੋ ਇਸ ਪ੍ਰਕਾਰ ਪਰ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦਾ ਸੁਭਾਅ ਕਿ ਜੇ ਕੋਈ ਮੰਗਦਾ ਵੀ ਨਹੀਂ ਔਰ ਅੰਦਰ ਮਨ ਵਿੱਚ ਹੁੰਦੀ ਹੈ ਇੱਛਾ, ਮੋਦੀ ਖਾਨੇ ਦੇ ਮੂਹਰੇ ਚਲਿਆ ਜਾਂਦਾ ਮਹਾਰਾਜ ਜੀ, ਉਹੀ ਚੀਜ਼ ਚੱਕ ਕੇ ਉਹਨੂੰ ਫੜਾ ਦਿੰਦੇ ਨੇ ਔਰ ਉਹਦੇ ਅੱਖਾਂ ਦੇ ਵਿੱਚ ਅਥਰੂ ਆ ਜਾਂਦੇ ਨੇ। ਧੰਨ ਗੁਰੂ ਨਾਨਕ ਤੇਰੀ ਵੱਡੀ ਵਡਿਆਈ ਕਿ ਹੇ ਮਹਾਰਾਜ ਆਪ ਪਰਮੇਸ਼ਰ ਰੂਪ ਹੋ, ਆਪ ਤੋਂ ਇਲਾਵਾ ਸਾਡੀ ਮਨ ਦੀ ਬੇਦਨ ਕੌਣ ਜਾਣ ਸਕੇ, ਸਾਡੇ ਗਰੀਬਾਂ ਦੀ ਕੌਣ ਸੁਣੇ ਤੇਰੇ ਤੋਂ ਇਲਾਵਾ, ਦੁਖੀਆਂ ਦੇ ਦੁੱਖ ਦੂਰ ਕੌਣ ਕਰੇ। ਜੋ ਸਾਡੇ ਘਰਾਂ ਦੇ ਵਿੱਚ ਦਲਿੱਦਰ ਹਨ, ਦੁੱਖ ਹਨ, ਕਲਪਨਾਵਾਂ ਹਨ, ਹਰਖ ਹਨ, ਸੋਗ ਹਨ, ਇਹ ਭਵਜਨ ਰੂਪੀ ਸੰਸਾਰ ਦੇ ਵਿੱਚੋਂ ਸਾਨੂੰ ਰੋਂਦਿਆਂ ਕਰਲਾਉਂਦਿਆਂ ਨੂੰ ਹੇ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਤੇਰੇ ਤੋਂ ਬਿਨਾਂ ਸਾਡੀ ਸਾਰ ਕੌਣ ਜਾਣੇ। ਇਸ ਤਰ੍ਹਾਂ ਬਹੁਤ ਦੁਨੀਆ ਅਰਦਾਸਾਂ ਕਰਦੀ ਹੈ ਔਰ ਆਪਣੇ ਮਨ ਦੀਆਂ ਮੂੰਹ ਮੰਗੀਆਂ ਮੁਰਾਦਾਂ ਪਾ ਕੇ ਜਾਂਦੇ ਹਨ। ਹਾਂਜੀ, ਦੌਲਤ ਖਾਨ ਖਰਚ ਤਹਿ ਥੋਰਾ। ਹੁਣ ਹੁੰਦਾ ਕੀ ਹੈ, ਦੌਲਤ ਖਾਨ ਦੇ ਕੋਲੇ ਜਿਹੜਾ ਬੱਚਤ ਦਾ ਪੈਸਾ ਹੁੰਦਾ ਹੈ ਉਹ ਥੋੜਾ ਜਮ੍ਹਾਂ ਕਰਾਉਂਦੇ ਨੇ, ਬਾਕੀ ਬਚਦਾ ਜਿਹੜਾ ਪੈਸਾ ਹੈ ਹੋਤ ਵਿਸਾਲਾ ਰੰਕਨ ਔਰਾ। ਯਾਨੀ ਕਿ ਕੁਛ ਕੁ % ਪੈਸਾ ਦੌਲਤ ਖਾਨ ਦੇ ਖਜ਼ਾਨੇ ਦੇ ਵਿੱਚ ਜਮ੍ਹਾਂ ਹੁੰਦਾ ਹੈ ਬੱਚਤ ਦਾ, ਬਾਕੀ ਤਾਂ ਮਹਾਰਾਜ ਜੀ ਗਰੀਬਾਂ ਦੇ ਵਿੱਚ ਹੀ ਵੰਡ ਦਿੰਦੇ ਨੇ।
ਇਸ ਤਰ੍ਹਾਂ ਦਾ ਸੁਭਾਅ ਹੈ ਮਹਾਰਾਜ ਜੀ ਦਾ। ਪਰ ਜਦੋਂ ਹਿਸਾਬ ਹੁੰਦਾ ਸਾਰਾ ਪੂਰਾ ਨਿਕਲਦਾ ਹੈ। ਇਹ ਗੱਲ ਦੀ ਬੜੀ ਅਚਰਜ ਲੋਕਾਂ ਦੇ ਵਿੱਚ ਹੈਰਾਨੀ ਛਾਂਦੀ ਹੈ, ਮਨਾਂ ਦੇ ਵਿੱਚ ਬੜੇ ਲੋਕ ਹੈਰਾਨ ਹੁੰਦੇ ਨੇ ਵੀ ਇਹ ਕੀ ਕੌਤਕ ਹੁੰਦਾ ਹੈ। ਅਸੀਂ ਅੱਖੀ ਦੇਖਦੇ ਹਾਂ ਵੀ ਜਮਾਂ ਇਹ ਥੋੜਾ ਕਰਾਉਂਦੇ ਨੇ, ਵੰਡਦੇ ਜ਼ਿਆਦਾ ਨੇ, ਹਿਸਾਬ ਫਿਰ ਕਿਵੇਂ ਪੂਰਾ ਹੋ ਜਾਂਦਾ। ਇਸ ਕਰਕੇ ਬਹੁਤ ਦੁਨੀਆ ਹੈਰਾਨ ਹੁੰਦੀ ਹੈ। ਪਰ ਮਹਾਰਾਜ ਦੀ ਚਾਲੀ ਤਾਂ ਇਹੀ ਹੈ, ਦੌਲਤ ਖਾਂ ਖਰਚ ਤਹਿ ਥੋਰਾ, ਹੋਤ ਵਿਸਾਲਾ ਰੰਕਨ ਔਰਾ। ਗਰੀਬਾਂ ਦੇ ਵਿੱਚ ਮਹਾਰਾਜ ਜੀ ਪੂਰਾ ਦਿਲੋਂ ਹੀ ਦਾਨ ਖੁੱਲ੍ਹ ਕੇ ਵੰਡਦੇ ਹਨ। ਹਾਂਜੀ, ਸਰਬ ਦਿਵਸ ਮਹਿ ਅਪਰ ਨਕਾਰਾ। ਸਾਰਾ ਦਿਨ ਬਸ ਇਹੀ ਕਾਰ ਕਰਦੇ ਨੇ, ਦੁਖੀਆਂ ਦੇ ਦੁੱਖ ਦੂਰ ਕਰਦੇ ਨੇ, ਗਰੀਬਾਂ ਦੀ ਗਰੀਬੀ ਦੂਰ ਕਰਦੇ ਨੇ, ਭੁੱਖੇ ਦੇ ਮੂੰਹ ਵਿੱਚ ਭੋਜਨ ਪਾਉਂਦੇ ਨੇ, ਕਰਤੇ ਦੀ ਕੁਦਰਤ ਨਾਲ ਪਿਆਰ ਕਰਦੇ ਨੇ। ਇਸ ਪ੍ਰਕਾਰ ਬੀਤ ਹੈ ਦੇਤੇ ਦਾਨ ਉਦਾਰਾ। ਸਾਰਾ ਦਿਨ ਦਾਨ ਦਿੰਦਿਆਂ ਨਹੀਂ ਥੱਕਦੇ, ਦਾਨ ਦਿੰਦਿਆਂ ਨਹੀਂ ਥੱਕਦੇ, ਸਾਰਾ ਦਿਨ ਹੀ ਦਾਨ ਕਰੀ ਜਾਂਦੇ ਹਨ। ਤੋਹਰਾ ਮਨਹੁ ਪੁਨ ਤਨ ਧਾਰ, ਨਿਜ ਕੀਨੀ ਆਨ ਦੁਕਾਨ। ਭਾਈ ਬਾਲਾ ਜੀ ਕਹਿੰਦੇ ਮਨੋ, ਮੰਨ ਲਓ ਕਿ ਉਹਨਾਂ ਨੇ ਮਨ ਵਿੱਚ ਇਹ ਧਾਰ ਕੇ ਹੀ ਮੋਦੀਖਾਨਾ ਲਿਆ ਸੀ ਕਿ ਸੁਲਤਾਨਪੁਰ ਲੋਧੀ ਦੇ ਨੇੜੇ ਤੇੜੇ ਦੇ ਸਾਰੇ ਗਰੀਬਾਂ ਦੀ ਗਰੀਬੀ ਚੱਕਦੇ ਨੇ। ਸਾਡੇ ਹੁੰਦਿਆਂ ਕੋਈ ਭੁੱਖਾ ਨਹੀਂ ਸੋਏਗਾ, ਸਾਡੇ ਹੁੰਦਿਆਂ ਸੁਲਤਾਨਪੁਰ ਲੋਧੀ ਦੇ ਵਿੱਚ ਕੋਈ ਨੰਗਾ ਨਹੀਂ ਫਿਰੇਗਾ, ਬਿਨਾਂ ਦਵਾਈ ਤੋਂ ਰੋਗੀ ਨਹੀਂ ਬਿਲਕੇਗਾ ਕੋਈ, ਢਿੱਡੋਂ ਭੁੱਖਾ ਨਹੀਂ ਬਿਲਕੇਗਾ ਕੋਈ। ਇਸ ਕਰਕੇ ਮਹਾਰਾਜ ਜੀ ਨੇ ਮਾਨੋ ਇਹ ਪ੍ਰਣ ਕਰਕੇ ਹੀ ਸੁਲਤਾਨਪੁਰ ਲੋਧੀ ਦੇ ਵਿੱਚ ਮੋਦੀਖਾਨੇ ਦੀ ਕਾਰ ਆਰੰਭੀ ਹੋਵੇ। ਇਸ ਤਰ੍ਹਾਂ ਭਾਈ ਬਾਲਾ ਜੀ ਕਹਿੰਦੇ ਹਨ। ਹਾਂਜੀ, ਦਾਰਿਦ ਛੁਦਾ ਜੋ ਨਗਨਤਾ, ਤਜ ਕੇ ਪੁਰ ਸੁਲਤਾਨ। ਇਸ ਪ੍ਰਕਾਰ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦੀ ਉਪਮਾ ਕਰਦੇ ਹੋਏ ਭਾਈ ਬਾਲਾ ਜੀ ਕਹਿੰਦੇ ਹਨ, ਦਾਰਿਦ ਛੁਦਾ ਜੋ ਨਗਨਤਾ, ਤਜਗੇ ਪੁਰ ਸੁਲਤਾਨ। ਗਰੀਬੀ, ਦਲਿੱਦਰ, ਨਗਨਤਾ, ਇਹ ਸੁਲਤਾਨਪੁਰ ਛੱਡ ਕੇ ਭੱਜ ਗਏ। ਕਿਉਂ ਸੁਲਤਾਨਪੁਰ ਛੱਡ ਕੇ ਭੱਜ ਗਏ? ਗਰੀਬੀ, ਦਲਿੱਦਰ ਤੇ ਨਗਨਤਾ। ਕਿਉਂਕਿ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਕਿਸੇ ਕੋਲ ਪੈਸਾ ਹੈ ਨਹੀਂ ਹੈ, ਬਸ ਮੋਦੀਖਾਨੇ ਦੇ ਮੂਹਰੇ ਆ ਕੇ ਜਿਹਨੇ ਕੋਈ ਫਰਿਆਦ ਕਰ ਦਿੱਤੀ, ਮਹਾਰਾਜ ਜੀ ਨੇ ਉਹ ਚੀਜ਼ ਉਹਨੂੰ ਬਖਸ਼ ਦੇਣੀ ਹੈ। ਹੁਣ ਜਿਹਦੇ ਘਰ ਦੇ ਵਿੱਚ ਗਰੀਬੀ ਸੀ, ਇਹ ਨਹੀਂ ਸੀ ਮਹਾਰਾਜ ਵੀ ਹੁਣ ਗਰੀਬੀ ਹੈ ਅੱਜ ਵੀ ਦੇਤਾ ਕੱਲ੍ਹ ਨੂੰ ਵੀ ਇਸ ਤਰ੍ਹਾਂ। ਬਹੁਤ ਮਹਾਰਾਜ ਜੀ ਦੀ ਜੋ ਸੋਚ ਸੀ ਉਹ ਵਿਲੱਖਣ ਸੀ। ਅੱਜ ਜੋ ਆਇਆ ਉਹਨੂੰ ਰਾਸ਼ਨ ਦੇਤਾ। ਕੀ ਗੱਲ ਭਾਈ ਗਰੀਬੀ ਕਾਹਤੋਂ ਹੈ? ਮਹਾਰਾਜ ਕਿਸੇ ਪਾਸੇ ਹੱਥ ਨਹੀਂ ਪੈਂਦਾ। ਕੀ ਗੱਲ ਭਾਈ ਖੇਤੀ ਨਹੀਂ ਕਰਦਾ? ਮਹਾਰਾਜ ਬਲਦ ਨਹੀਂ ਹੈ। ਅੱਛਾ, ਕਿੰਨੇ ਜ਼ਿਮੀਂਦਾਰ ਹੋ ਤੁਸੀਂ? ਉਹਨਾਂ ਨੇ ਕਹਿਣਾ ਮਹਾਰਾਜ ਜੀ ਅਸੀਂ 5 ਜਣੇ ਬੀੜੀ ਕਰ ਲਾਂਗੇ, ਕਿੰਨੇ ਨੇ ਕਹਿਣਾ 10 ਕਰ ਲਾਂਗੇ। ਚੰਗਾ ਭਾਈ ਆ ਪੈਸੇ ਲੈ ਲਓ, ਬਲਦ ਲਿਆਓ। ਆ ਲਓ ਭਾਈ ਪੈਸੇ, ਖੂਹ ਲਵਾ ਲਓ, ਆਪਣੀ ਆਪਣੀ ਬੀੜੀ ਕਰਕੇ ਖੇਤੀਬਾੜੀ ਦਾ ਕੰਮ ਕਰੋ। ਮਹਾਰਾਜ ਨੇ ਉਹਨਾਂ ਨੂੰ ਮੰਗਤਾ ਨਹੀਂ ਬਣਾਇਆ, ਉਹਨਾਂ ਨੂੰ ਕਾਮਯਾਬ ਬਣਾਇਆ ਮਹਾਰਾਜ ਨੇ। ਤਾਂ ਕਿਹਾ ਵੀ ਉਹਨਾਂ ਦੀ ਦਲਿੱਦਰ ਤਾਂ ਹੀ ਚੱਲਿਆ ਜਾਂਦਾ। ਗਰੀਬੀ ਹੈ। ਗਰੀਬ ਕਿਉਂ ਹੈ? ਕਿਉਂਕਿ ਕਈ ਵਾਰੀ ਕਰਜ਼ਾ ਇੰਨਾ ਚੜ੍ਹ ਜਾਂਦਾ ਹੈ, ਫਿਰ ਤਾਂ ਬੰਦਾ ਦਬਦਾ ਕਿਸੇ ਪਾਸੇ, ਉਹਨੂੰ ਮੂੰਹ ਨਹੀਂ ਉਹਦਾ ਉੱਠਦਾ, ਕਿਸੇ ਪਾਸੇ ਹੱਥ ਪੈਂਦਾ ਹੀ ਨਹੀਂ ਵਿਚਾਰੇ ਦਾ। ਉੱਪਰੋਂ ਗਰੀਬੀ, ਉੱਪਰੋਂ ਉਹਨੂੰ ਬਿਮਾਰੀ ਕਾਹਦੀ? ਟੈਨਸ਼ਨ, ਫਿਕਰ, ਚਿੰਤਾ। ਤੇ ਚਿੰਤਾ ਚਿਤਾ ਸਮਾਨ ਹੈ, ਇਹਦੇ ਕਰਕੇ ਸਾਰੇ ਰੋਗਾਂ ਨੂੰ ਜਨਮ ਹੋ ਜਾਂਦਾ ਸਰੀਰ 'ਚ, ਸਰੀਰ ਵੀ ਰੋਗੀ, ਉੱਪਰੋਂ ਗਰੀਬੀ। ਹੁਣ ਗਰੀਬੀ ਔਰ ਰੋਗ ਦੋਨੋਂ ਆ ਗਏ। ਹੁਣ ਘਰ ਦੇ ਵਿੱਚ ਕੋਈ ਖਾਣ ਨੂੰ ਨਹੀਂ, ਕੋਈ ਕੱਪੜਾ ਧੋਣ ਨੂੰ ਨਹੀਂ, ਤੇ ਫਿਕਰ ਚਿੰਤਾ ਦੇ ਵਿੱਚ ਪਿਆ ਰਹਿੰਦਾ, ਸੋਗ ਦੇ ਵਿੱਚ ਮੰਜੇ ਤੇ, ਉਹ ਦਲਿੱਦਰ ਹੈ।
ਹੁਣ ਮਹਾਰਾਜ ਜੀ ਦਾ ਸੁਭਾਅ ਸੀ, ਮਹਾਰਾਜ ਜੀ ਇਹ ਸਾਰੇ ਰੋਗਾਂ ਤੋਂ ਮੁਕਤ ਕਰਾਉਂਦੇ। ਲੈ ਜਾਓ ਭਾਈ, ਜੇ ਕਿਸੇ ਕਹਿਣਾ ਮਹਾਰਾਜ ਜੀ ਦੁਕਾਨ ਤੇ ਬੜਾ ਘਾਟਾ ਪੈ ਗਿਆ, ਚੰਗਾ ਭਾਈ ਆ ਸੌਦਾ ਪਾ ਲੈ ਦੁਕਾਨ ਤੇ। ਮਹਾਰਾਜ ਪੈਸੇ ਨਹੀਂ ਹਨ। ਮਹਾਰਾਜ ਕਹਿੰਦੇ ਪੈਸੇ ਤਾਂ ਕਰਤਾਰ ਕੋਲੇ ਨੇ। ਸਤਨਾਮ ਜਪਿਆ ਕਰ, ਜਦੋਂ ਹੋ ਜਾਣਗੇ ਉਦੋਂ ਦੇ ਦੀ। ਉਹਨੇ ਦੁਕਾਨ ਤੇ ਹੁਣ ਸੌਦਾ ਸਾਰਾ ਪੈ ਗਿਆ। ਹੁਣ ਸੌਦਾ ਵੇਚਿਆ ਉਸਨੇ, ਸੌਦਾ ਵੇਚਣ ਤੇ ਉਹਨੂੰ ਮੁਨਾਫਾ ਹੋਇਆ। ਮੁਨਾਫੇ ਦੇ ਵਿੱਚੋਂ ਕੁਛ ਸੌਦਾ ਅਗਲਾ ਨਵਾਂ ਪਾ ਲੈਂਦਾ, ਕੁਛ ਆਪਣੇ ਘਰ ਦਾ ਗੁਜ਼ਾਰਾ ਕਰ ਲੈਂਦਾ। ਹੁਣ ਰੁੜ ਗਿਆ ਉਹਦਾ ਕੰਮ। ਖੇਤੀ ਵੱਟੇ ਦਾ, ਵਪਾਰੀ ਦਾ। ਇਸ ਤਰ੍ਹਾਂ ਮਹਾਰਾਜ ਜੀ ਨੇ ਤਰੱਕੀਆਂ ਬਖਸ਼ੀਆਂ। ਕੌਣ ਦੇਣ ਦੇ ਦੂਗਾ ਮਹਾਰਾਜ ਜੀ ਦਾ? ਕਿਉਂਕਿ ਮਹਾਰਾਜ ਜੀ ਨੇ ਉਪਦੇਸ਼ ਕਰਨਾ ਸੀ ਸੰਗਤ ਨੂੰ, ਕਿਰਤ ਕਮਾਵਣ ਖਾਵਣ ਚੰਗਾ। ਨਹੀਂ ਤਾਂ ਮਹਾਰਾਜ ਜੀ ਕਹਿੰਦੇ ਵੀ ਉਹ ਕਰੋ। ਮਹਾਰਾਜ ਜੀ ਆਪ ਵੀ ਯੋਗ ਧਾਰਨ ਕਰ ਲੈਂਦੇ, ਤੇ ਜਿਹੜੇ ਉਹਨਾਂ ਦੇ ਉਪਦੇਸ਼ ਧਾਰਨ ਕਰਦੇ ਉਹਨੂੰ ਕਹਿੰਦੇ ਭਾਈ ਘਰ-ਬਾਰ ਛੱਡੋ ਤੇ ਮੇਰੇ ਮਗਰ ਮਗਰ ਤੁਰਿਆਓ, ਪਹਾੜਾਂ ਨੂੰ ਚੜ੍ਹਦੇ ਆ ਤੇ ਉੱਥੇ ਬੈਠ ਕੇ ਤਪੱਸਿਆ ਕਰਾਂਗੇ। ਮੋਹ ਮਮਤਾ ਸਾਰਾ ਛੱਡ ਕੇ ਤੁਸੀਂ ਛੱਡ ਦਿਓ। ਅੱਗੇ ਫਿਰ ਸੰਸਾਰ ਦੀ ਉਤਪਤੀ ਕਿਵੇਂ, ਇਹ ਸਾਰੀ ਖੇਡ ਕਿਵੇਂ? ਨਹੀਂ, ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿੰਦੇ ਮੈਂ ਇੱਕ ਨਿਰਮਲ ਪੰਥ ਚਲਾਵਾਂਗਾ। ਮਹਾਰਾਜ ਜੀ ਨੇ ਆਪ ਚੱਲ ਕੇ ਦਿਖਾ ਰਹੇ ਨੇ। ਹੁਣ ਅੱਗੇ ਸਾਖੀ ਆਵੇਗੀ। ਮਹਾਰਾਜ ਜੀ ਨੇ ਵਿਆਹ ਵੀ ਕਰਾਇਆ। ਹੁਣ ਗੁਰਸਿੱਖਾਂ ਨੂੰ ਸਾਰਿਆਂ ਨੂੰ ਸਿੱਖਿਆ ਵੀ ਆਊਗੀ। ਮਹਾਰਾਜ ਜੀ ਨੇ ਉਸਾ ਪਾਠ ਅਦਾ ਕਰਕੇ ਦਿਖਾਇਆ ਵੀ ਪਰਿਵਾਰ ਵਿੱਚ ਰਹਿੰਦਿਆਂ ਹੋਇਆਂ ਔਕੜਾਂ ਵੀ ਆਉਣਗੀਆਂ, ਪਰਿਵਾਰ ਦੇ ਜੀਅ ਦੇ ਨਾਲ ਬੋਲ ਬਲਈਆ ਵੀ ਹੋਵੇਗਾ, ਝਗੜਾ ਵੀ ਹੁੰਦਾ ਹੈ, ਔਰ ਰੱਬ ਦੇ ਬੰਦਗੀ ਵੀ ਕਰਨੀ ਹੈ, ਪਰਵਕਾਰ ਵੀ ਨਹੀਂ ਛੱਡਣਾ। ਇਹ ਕਰਕੇ ਦਿਖਾਇਆ ਹੈ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਵੀ ਲੋਭ, ਝੂਠ ਔਰ ਲਾਲਚ ਤੋਂ ਕਿਵੇਂ ਇੱਕ ਸਾਈਡ ਤੇ ਰਹਿ ਕੇ ਵੀ ਗ੍ਰਸਤੀ ਆਪਣਾ ਜੀਵਨ ਬਤੀਤ ਕਰ ਸਕਦਾ ਹੈ। ਹੁਣ ਮਹਾਰਾਜ ਜੀ ਉਹ ਪਾਠ ਤਾਂ ਕਰ ਹੀ ਰਹੇ ਨੇ। ਮੋਦੀਖਾਨੇ ਦੇ ਉੱਪਰ ਰੋਜੀ ਰੋਟੀ ਕਮਾ ਰਹੇ ਨੇ, ਅਨੇਕਾਂ ਗਰੀਬਾਂ ਨੂੰ ਵੀ ਵੰਡ ਰਹੇ ਨੇ। ਦੌਲਤ ਗੁਜਰਾਨ, ਇਸਤਰੀ ਇਮਾਨ, ਪੁੱਤਰ ਨਿਸ਼ਾਨ। ਇਸ ਪ੍ਰਕਾਰ ਮਹਾਰਾਜ ਜੀ ਹਰ ਵੇਲੇ ਬਰਕਤਾਂ ਹੀ ਬਰਕਤਾਂ ਵਰਤਾ ਰਹੇ ਹਨ। ਚੌਪਈ ਬਿਸਮਹਿ ਨਗਰ ਵਿਖੇ ਨਰ ਨਾਰੀ। ਸਾਰੇ ਸੁਲਤਾਨਪੁਰ ਲੋਧੀ ਦੇ ਨਰ ਨਾਰੀ ਖੁਸ਼ ਹਨ। ਮਨ ਅਨੁਮਾਨਤ ਮਤ ਜਿਨਹਾਰੀ। ਹਾਂ, ਮਾਨੋ ਕਿ ਉਹ ਕਈ ਵਾਰ ਤਾਂ ਅਨੁਮਾਨ ਲਾਉਂਦੇ ਨੇ ਵੀ ਇਹ ਗੱਲ ਕਿਵੇਂ ਹੈ, ਇੰਨਾ ਪੈਸਾ ਕਿਵੇਂ ਵੰਡ ਰਹੇ ਨੇ। ਖੁਸ਼ ਵੀ ਨੇ, ਅਨੁਮਾਨ ਵੀ ਲਾਉਂਦੇ ਨੇ, ਆਪੋ ਆਪਣੇ ਸੁਭਾਅ ਮੁਤਾਬਕ ਗੱਲਾਂ ਵੀ ਕਰਦੇ ਹਨ। ਰਸਾਇਣ ਕਰਹੀ। ਕੁਝ ਲੋਕ ਕਹਿੰਦੇ ਨੇ ਜੀ ਇਹਨਾਂ ਕੋਲੇ ਕੋਈ ਰਸਾਇਣ ਹੈ, ਇਹਨਾਂ ਕੋਲ ਕੋਈ ਜਾਦੂ ਹੈ, ਜਿਹਦੇ ਕਰਕੇ ਇਹ ਸਾਰੀਆਂ ਚੀਜ਼ਾਂ ਅੰਦਰ ਪ੍ਰਗਟ ਕਰੀ ਜਾਂਦੇ ਨੇ ਜਾਦੂ ਕਰਕੇ। ਹਾਂਜੀ, ਧਰਮ ਵਧਾਵਹਿ ਕੋਇ ਉਚਰਹੀ। ਕੋਈ ਕਹਿੰਦਾ ਹੈ ਕਿ ਇਹ ਜਿਹੜਾ ਧਰਮ ਦੇ ਰਸਤੇ ਤੇ ਤੁਰਦੇ ਨੇ ਨਾ, ਇਸ ਕਰਕੇ ਇਹਨਾਂ ਦੇ ਹੱਥ ਵਿੱਚ ਬਰਕਤ ਹੈ, ਇਹਨਾਂ ਨੂੰ ਘਾਟਾ ਨਹੀਂ ਪੈਂਦਾ। ਕੁਝ ਬੰਦੇ ਗੱਲਾਂ ਕਰਦੇ ਨੇ ਸੁਲਤਾਨਪੁਰ ਲੋਧੀ ਚ ਇਹ ਜੀ ਬੜੇ ਕਲਾਵਾਨ ਹਨ ਤੇ ਇਹਨਾਂ ਨੂੰ ਵਿੱਚ ਸ਼ਕਤੀ ਹੈ, ਉਹ ਸ਼ਕਤੀ ਕਰਕੇ ਸਾਰਾ ਸਮਾਨ ਆਪਣੇ ਆਪ ਪੂਰਾ ਹੋਈ ਜਾਂਦਾ ਹੈ। ਕੋ ਪਾਰਸ ਕੋ ਪਾਸ ਪਛਾਨ ਹੈ। ਕੋਈ ਕਹਿੰਦਾ ਜੀ ਇਹਨਾਂ ਕੋਲੇ ਪਾਰਸ ਹੈ ਲੁਕੋਇਆ ਹੋਇਆ, ਇਹ ਤਾਂ ਲੋਹੇ ਨੂੰ ਪਾਰਸ ਲਾਉਂਦੇ ਨੇ, ਸੋਨਾ ਬਣਾ ਦਿੰਦੇ ਨੇ ਤੇ ਉਹਦੇ ਸੋਨੇ ਨੂੰ ਤੜਾ ਕੇ ਇਹ ਫਿਰ ਆਨੇ ਲੈਂਦੇ ਨੇ ਤੇ ਆਨੇ ਦੁਆਰਾ ਫਿਰ ਉਹ ਸਾਰੇ ਦੌਲਤ ਖਾਨ ਦਾ ਖਜ਼ਾਨਾ ਪੂਰਾ ਕਰ ਦਿੰਦੇ ਨੇ ਜਿੰਨਾ ਘਟਿਆ ਹੁੰਦਾ। ਕਈ ਇਸ ਤਰ੍ਹਾਂ ਅਨੁਮਾਨ ਲਾਉਂਦੇ ਹਨ। ਕੋਈ ਕਹਿੰਦਾ ਜੀ ਇਹਨਾਂ ਨੇ ਕੋਈ ਦੇਵੀ ਜਾਂ ਦੇਵਤਾ ਸਿੱਧ ਕੀਤਾ ਹੈ, ਕੋਈ ਕਹਿੰਦਾ ਕਮੇਰ ਭੰਡਾਰੀ ਇਹਨਾਂ ਨੇ ਸਿੱਧ ਕੀਤਾ ਹੈ। ਕਈ ਹਿੰਦੂ ਵੀਰ ਹੁੰਦੇ ਨੇ ਆਪੋ ਆਪਣੇ ਮੁਤਾਬਕ ਕਰਦੇ ਨੇ।
ਕੋਈ ਕਹਿੰਦਾ ਕਾਮਧੇਨ ਗਊ ਇਹਨਾਂ ਦੇ ਵਸ 'ਚ ਹੈ, ਕੋਈ ਕਹਿੰਦਾ ਕਲਪ ਬ੍ਰਿਛ ਇਹਨਾਂ ਦੇ ਵਸ 'ਚ ਹੈ। ਕਿ ਦੇਖਦੇ ਤਾਂ ਹਾਂ ਵੀ ਇੰਨਾ ਭੰਡਾਰਾ ਵਰਤ ਰਿਹਾ, ਘਾਟਾ ਪੈਂਦਾ ਨਹੀਂ, ਆਖਰਕਾਰ ਹੈ ਤਾਂ ਹੈ ਕੁਛ। ਇਸ ਪ੍ਰਕਾਰ ਆਪੋ ਆਪਣੀ ਮੱਤ ਅਨੁਸਾਰ ਅਨੁਮਾਨ ਲਾਉਂਦੇ ਹਨ। ਕੋ ਜਾਣਹਿ ਕਿਛ ਤੰਤਰਨ ਸੇਵਾ। ਕੁਝ ਕਹਿੰਦੇ ਨੇ ਜੀ ਇਹ ਤੰਤਰ ਮੰਤਰ ਵਿਦਿਆ ਜਾਣਦੇ ਨੇ, ਇਹ ਤੰਤਰ ਵਿਦਿਆ ਦੁਆਰਾ ਸਮਾਨ ਖਿੱਚ ਲੈਂਦੇ ਨੇ। ਕਈ ਇਸ ਤਰ੍ਹਾਂ ਕਹਿੰਦੇ ਹਨ। ਪਾਖਤ ਕੋਏ ਭਗਤ ਇਹ ਪੂਰਾ। ਕੁਝ ਸਿਆਣੇ ਪੁਰਸ਼ ਕਹਿੰਦੇ ਨੇ ਨਹੀਂ ਭਾਈ, ਇਹਨਾਂ ਦਾ ਸੁਭਾਅ ਸਾਧੂਆਂ ਵਾਲਾ ਹੈ, ਭਗਤਾਂ ਵਾਲਾ ਹੈ, ਮਹਾਂਪੁਰਸ਼ਾਂ ਵਾਲਾ ਹੈ, ਅਵਤਾਰਾਂ ਵਾਲਾ ਸੁਭਾਅ ਹੈ। ਇਹਨਾਂ ਦੇ ਹੱਥ ਵਿੱਚ ਕਿਸੇ ਗੱਲ ਦੀ ਕਮੀ ਨਹੀਂ ਆਵੇਗੀ। ਇਹ ਤਾਂ ਭੰਡਾਰਿਆਂ ਦੇ ਆਪ ਖੁਦ ਮਾਲਕ ਹਨ। ਸ੍ਰੀ ਹਰਿ ਕੋਸ਼ ਕਰੈ ਨਹਿ ਊਰਾ। ਹਾਂ, ਪਰਮੇਸ਼ਰ ਇਹਨਾਂ ਦੀ ਆਪ ਮਦਦ ਕਰਦਾ ਹੈ ਤੇ ਕਦੇ ਵੀ ਇਹਨਾਂ ਨੂੰ ਕਿਸੇ ਪਾਸੇ ਘਾਟਾ ਨਹੀਂ ਆਵੇਗਾ। ਕੋਈ ਕਹੈ ਨਿਧ ਸਿੱਧਿਨ ਪਾਸੂ। ਕੋਈ ਕਹਿੰਦਾ ਵੀ ਇਹਨਾਂ ਨੂੰ ਰਿੱਧੀਆਂ ਸਿੱਧੀਆਂ ਸਾਰੇ ਇਹਨਾਂ ਦਾ ਕੰਮ ਕਰਦੀਆਂ ਨੇ। ਆਪੋ ਆਪਣੀ ਮੱਤ ਅਨੁਸਾਰ ਅੰਦਾਜ਼ਾ ਲਾਉਂਦੇ ਨੇ। ਪਰ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਨੂੰ ਕੋਈ ਬਿਰਲਾ ਹੀ ਜਾਣੇਗਾ। ਹਾਂਜੀ, ਦੇਤ ਦਾਨ ਦੀਨਨ ਕੋ ਆਸੂ। ਹਾਂ, ਇਸ ਕਰਕੇ ਖੁੱਲਾ ਦਾਨ ਦਈ ਜਾਂਦੇ ਨੇ ਵੀ ਇਹਨਾਂ ਕੋਲ ਰਿੱਧੀ ਸਿੱਧੀ ਵਸ 'ਚ ਹੈ। ਇਸ ਤਰ੍ਹਾਂ ਅਨੁਮਾਨ ਲਾਉਂਦੇ ਹਨ ਲੋਕ ਅਣਜਾਣ। ਜਿਨ ਪਰ ਕਰੁਣਾ ਦ੍ਰਿਸ਼ਟ ਨਿਹਾਰੀ। ਹੁਣ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਜਿਹਦੇ ਉੱਪਰ ਆਪਣੀ ਕਿਰਪਾ ਭਰੀ ਦ੍ਰਿਸ਼ਟੀ ਪਾਉਂਦੇ ਹਨ, ਰਿਦੇ ਅਵਿਦਿਆ ਦੂਰ ਬਿਦਾਰੀ। ਉਹ ਮੂਰਖਾਂ ਦੀ ਮੂਰਖਤਾ ਵੀ ਦੂਰ ਹੋ ਜਾਂਦੀ ਹੈ। ਉਹਨਾਂ ਦੇ ਅੰਦਰ ਸ਼ਰਧਾ, ਪ੍ਰੇਮ, ਭਾਵਨਾ, ਭਗਤੀ, ਗਿਆਨ ਉਹਨਾਂ ਦੇ ਅੰਦਰ ਪੈਦਾ ਹੋ ਜਾਂਦਾ ਹੈ। ਸੋ ਜਾਣਹਿ ਪਰਮੇਸ਼ਵਰ ਆਪੂ। ਫਿਰ ਉਹ ਅਸਲੀ ਮਹਾਰਾਜ ਜੀ ਦੇ ਬਾਰੇ ਜਾਣਦੇ ਨੇ ਵੀ ਇਹ ਤਾਂ ਆਪ ਨਿਰੰਕਾਰ ਹੈ, ਜਿਸ ਨੂੰ ਆਪ ਕਿਰਪਾ ਕਰਦੇ ਨੇ। ਜਿਸ ਨੂੰ ਤੂੰ ਜਾਣਾ ਹੈ ਸੋਈ ਜਨ ਜਾਣਾ, ਹਰ ਗੁਣ ਸਦ ਹੀ ਆਂਖ ਬਖਾਣਾ। ਇਸ ਤਰ੍ਹਾਂ ਕਰਕੇ ਭਾਈ ਬਾਲਾ ਜੀ ਕਹਿੰਦੇ ਮਹਾਰਾਜ ਜੀ ਨੂੰ ਪਛਾਣ ਕੋਈ ਬਿਰਲਾ ਹੀ ਸਕਿਆ। ਪਛਾਣ ਵੀ ਉਹੀ ਸਕਿਆ ਜਿਹਦੇ ਉੱਪਰ ਉਹਨਾਂ ਨੇ ਆਪ ਕਿਰਪਾ ਕੀਤੀ ਹੈ। ਧਾਰੇ ਅਵਤਾਰ ਕਰਹਿ ਦੁਖ ਖਾਪੂ। ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਤਾਂ ਆਪ ਨਿਰੰਕਾਰ ਨੇ ਅਵਤਾਰ ਧਾਰਨ ਕਰਕੇ ਧਰਤੀ ਦਾ ਭਾਰ ਉਤਾਰਨ ਵਾਸਤੇ, ਭੁੱਲੇ ਭਟਕੇ ਜੀਵਾਂ ਨੂੰ ਸਿੱਧੇ ਰਸਤੇ ਪਾਉਣ ਵਾਸਤੇ, ਉਹ ਸੱਚੇ ਪ੍ਰਮਾਤਮਾ ਦੇ ਚਰਨਾਂ ਦੇ ਨਾਲ ਜੋੜਨ ਵਾਸਤੇ ਮਹਾਰਾਜ ਜੀ ਨੇ ਅਵਤਾਰ ਧਾਰਨ ਕੀਤਾ ਹੈ। ਜੋ ਸ਼ਰਧਾ ਤਰ ਦਰਸ਼ਨ ਕਰਹੀ। ਹੁਣ ਜੋ ਵੀ ਗੁਰੂ ਨਾਨਕ ਦੇਵ ਜੀ ਦੇ ਭਾਈ ਬਾਲਾ ਜੀ ਕਹਿੰਦੇ ਸ਼ਰਧਾ ਕਰਕੇ ਦਰਸ਼ਨ ਕਰਦਾ ਹੈ, ਮੋਹ ਜਨਤ ਸੰਸੈ ਸਭ ਹਰਹੀ। ਉਹਦਾ ਨਮਸਕਾਰ ਕਰਨ ਤੇ ਹੀ, ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਨੂੰ ਨਮਸਕਾਰ ਕਰਨ ਤੇ ਹੀ ਮੋਹ, ਸਾਰੇ ਸੰਸ਼ੇ ਔਰ ਡਰ ਦੂਰ ਹੋ ਜਾਂਦੇ ਸਨ। ਇਸ ਤਰ੍ਹਾਂ ਭਾਈ ਬਾਲਾ ਜੀ ਸਾਖੀ ਸੁਣਾ ਰਹੇ ਹਨ। ਜੇ ਕੋ ਸਿੱਖ ਆਨ ਕਰ ਲਈ। ਹਾਂ, ਜੇ ਕੋਈ ਕਹਿੰਦੇ ਸ਼ਰਧਾਵਾਨ ਹਿਰਦੇ ਵਿੱਚ ਵਿਸ਼ਵਾਸ ਧਾਰਨ ਕਰਕੇ ਆਉਂਦਾ ਕਿ ਗੁਰੂ ਨਾਨਕ ਦੇਵ ਜੀ ਮਹਾਰਾਜ ਤੋਂ ਕੋਈ ਉਪਦੇਸ਼ ਲਵਾਂਗੇ, ਉਹਨਾਂ ਤੋਂ ਕੋਈ ਸਿੱਖਿਆ ਲਵਾਂਗੇ, ਬਚਨ ਸੁਨਤ ਪ੍ਰਮ ਕੋ ਤਜ ਦੇਈ। ਹਾਂ, ਤਾਂ ਕਹਿਣ ਲੱਗੇ ਉਸੇ ਵੇਲੇ ਉਹਨੂੰ ਗਿਆਨ ਹੋ ਜਾਂਦਾ ਸੀ। ਮਹਾਰਾਜ ਜੀ ਜਦੋਂ ਉਹਨੂੰ ਕੋਈ ਬਚਨ ਕਰਦੇ ਉਸੇ ਵੇਲੇ ਉਹਦੇ ਅੰਦਰ ਬਰਕਤ ਪੈਦਾ ਹੋ ਜਾਂਦੀ, ਉਹਦੇ ਭਰਮ ਭੁਲੇਖੇ ਦੂਰ ਕਰ ਦਿੰਦੇ ਸਨ। ਆਸ ਪ੍ਰਕਾਰ ਬਿਤਾਈ ਕਮਾਸਾ। ਇਸ ਪ੍ਰਕਾਰ ਭਾਈ ਬਾਲਾ ਜੀ ਕਹਿੰਦੇ 1 ਮਹੀਨਾ ਬੀਤ ਗਿਆ ਸੀ ਗੁਰੂ ਨਾਨਕ ਦੇਵ ਜੀ ਨੂੰ ਸੁਲਤਾਨਪੁਰ ਲੋਧੀ ਆਇਆ ਨੂੰ। ਜਾਚਕ ਮੋਰ ਹੈ ਕੋ ਨਾ ਨਿਰਾਸਾ। ਕੋਈ ਵੀ ਮੰਗਤਾ ਮੋਦੀ ਖਾਨੇ ਦੇ ਮੂਹਰੋਂ ਖਾਲੀ ਨਹੀਂ ਸੀ ਜਾਂਦਾ। ਹਿਰਦੇ ਨਾਨਕੀ ਕੀਨ ਵਿਚਾਰਾ। ਤੇ ਫਿਰ ਬੇਬੇ ਨਾਨਕੀ ਜੀ ਨੇ ਇੱਕ ਦਿਨ ਮਨ ਵਿੱਚ ਵਿਚਾਰ ਕੀਤੀ ਕਿ ਮਾਤਾ ਸੁਲੱਖਣੀ ਜੀ ਨੂੰ ਗਿਆ ਨੂੰ 1 ਮਹੀਨਾ ਹੋ ਗਿਆ ਪੂਰਾ, ਕਿ 1 ਮਹੀਨਾ ਹੋ ਗਿਆ ਵੀ ਉਹਨਾਂ ਨੂੰ ਵੀ ਉਹਨਾਂ ਦੇ ਪੇਕੇ ਘਰ ਤੋਂ ਲਿਆਉਣਾ ਚਾਹੀਦਾ ਹੈ। ਇਸ ਪ੍ਰਕਾਰ ਬੇਬੇ ਨਾਨਕੀ ਜੀ ਬੜੇ ਸੂਝਵਾਨ ਸੀ, ਸਿਆਣੇ, ਜੈ ਰਾਮ ਜੀ ਤੇ ਬੇਬੇ ਨਾਨਕੀ ਜੀ। ਇੰਨਾ ਚਿਰ ਮਾਤਾ ਸੁਲੱਖਣੀ ਜੀ 1 ਮਹੀਨਾ ਉੱਥੇ ਰਹੇ। ਭਾਈ ਜੈ ਰਾਮ ਜੀ ਤੇ ਬੇਬੇ ਸੁਲੱਖਣੀ ਜੀ ਨੇ ਗੁਰੂ ਨਾਨਕ ਦੇਵ ਜੀ ਮਹਾਰਾਜ ਵਾਸਤੇ ਇੱਕ ਵੱਖਰਾ ਘਰ ਤਿਆਰ ਕਰ ਦਿੱਤਾ ਸੀ। ਉਸ ਟਾਈਮ ਕੱਚੇ ਘਰ ਤਿਆਰ ਕਰਦੇ ਹੁੰਦੇ, ਭਾਂਡੇ, ਰਸੋਈ, ਜਿਸ ਤਰ੍ਹਾਂ ਕੰਧਾਂ ਕੱਚੀਆਂ ਉਹ ਡਲੇ ਬਣਾ ਕੇ ਫਿਰ ਉਹਨੂੰ ਲਿਪਦੇ, ਬਾੜ ਕਰ ਦਿੰਦੇ, ਇਸ ਤਰ੍ਹਾਂ ਸਾਰੇ ਤਿਆਰੀ ਸਾਰੀ, ਮਤਲਬ ਘਰ ਪੂਰਾ ਬੰਨ੍ਹ ਕੇ ਕਿ
ਮੇਰੇ ਭਰਾ ਦਾ ਘਰ ਬਸ ਜਾਵੇ। ਬੇਬੇ ਨਾਨਕੀ ਜੀ ਬੜੀ ਮਿਹਨਤੀ ਸੀ, ਸਿਆਣੀ ਵੀ, ਮਿਹਨਤੀ ਵੀ ਔਰ ਸੂਝਵਾਨ ਵੀ। ਹੁਣ ਬੇਬੇ ਨਾਨਕੀ ਜੀ ਨੇ ਸੋਚਿਆ ਵੀ 1 ਮਹੀਨਾ ਹੋ ਗਿਆ ਗਿਆ ਨੂੰ, ਤਾਂ ਹੁਣ ਜੈ ਰਾਮ ਜੀ ਨੂੰ ਲੱਗੇ ਕਹਿਣ, ਪ੍ਰਾਤ ਭਾਰ ਜਾ ਆਏ ਅਗਾਰਾ। ਦੁਆਰੇ ਪੜ੍ਹੋ। ਪ੍ਰਾਤ ਭਾਰ ਜਾ ਆਏ ਅਗਾਰਾ। ਕਿ 1 ਮਹੀਨਾ ਹੋ ਗਿਆ ਬੇਬੇ ਨਾਨਕ ਉਹਨੂੰ, ਮਾਤਾ ਸੁਲੱਖਣੀ ਜੀ ਨੂੰ ਗਿਆ ਨੂੰ। ਸੋ ਇਸ ਕਰਕੇ ਹੁਣ ਉਹਨਾਂ ਨੂੰ ਘਰ ਲਿਆਂਦਾ ਜਾਵੇ। ਮੇਰੇ ਭਰਾ ਦੀ ਵਹੁਟੀ ਯਾਨੀ ਕਿ ਭਰਜਾਈ ਨੂੰ ਬੇਬੇ ਨਾਨਕੀ ਜੀ ਕਹਿੰਦੀ ਜੈ ਰਾਮ ਜੀ ਨੂੰ ਵੀ ਘਰ ਲਿਆਂਦਾ ਜਾਵੇ ਮਾਤਾ ਸੁਲੱਖਣੀ ਨੂੰ। ਸਭੈ ਸੰਭਾਰਨ ਸਾਂਭੈ ਸੋ। ਹੁਣ ਉਹਨਾਂ ਦਾ ਘਰ ਵੱਖਰਾ ਬਣਾ ਦਿੱਤਾ ਹੈ ਤੇ ਆਪਣਾ ਘਰ-ਬਾਰ ਸੰਭਾਲਣਾ ਕਿ ਹੁਣ ਸਾਰਾ ਘਰ-ਬਾਰ ਸੰਭਾਲਣਾ। ਤਹਿ ਬਿਨ ਘਰ ਕੀ ਰੀਤ ਨ ਕੋ। ਹਾਂ, ਕਹਿਣ ਲੱਗੇ ਇਸ ਕਰਕੇ ਉਹਨਾਂ ਦੇ ਆਏ ਤੋਂ ਬਿਨਾਂ ਘਰ ਦੀ ਕੋਈ ਰੀਤੀ ਨਹੀਂ ਤੁਰਨੀ। ਆਬਿਦ ਕਰਿ ਉਰ ਕੀ ਅਭਿਲਾਖਾ। ਇਸ ਪ੍ਰਕਾਰ ਮਨ ਵਿੱਚ ਵਿਚਾਰ ਕਰਕੇ ਉਹਨਾਂ ਨੇ ਆਪਣੇ ਪਤੀ ਜੈ ਰਾਮ ਨੂੰ ਕਿਹਾ। ਪਤ ਕੇ ਨਿਕਟ ਬਚਨ ਪੁਨ ਭਾਖਾ। ਉਹਨਾਂ ਨੇ ਆਪਣੇ ਪਤੀ ਨੂੰ ਕਿਹਾ, ਪਤੀ ਜੈ ਰਾਮ ਦੇ ਕੋਲੇ ਇਸ ਤਰ੍ਹਾਂ ਬਚਨ ਕਹੇ ਨੇਗ ਯੋਗ ਕੋ ਦੇਹੋ ਪਠਾਈ। ਕਿ ਕਿਸੇ ਅਕਲਬੰਦ ਜਿਵੇਂ ਲਾਗੀ ਉਹਨਾਂ ਦੇ ਨਾਲ 5-4 ਸੇਵਾਦਾਰਨੀਆਂ ਜਾਂਦੀਆਂ, ਤੇ ਕਹਿਣ ਲੱਗੇ ਕਿਸੇ ਨੇਕ ਸੇਵਾਦਾਰ ਨੂੰ ਭੇਜ ਕੇ ਨਾਲ ਇਹ 5-4 ਮਾਈ ਲੋਕ ਜਾਣ, 5-4 ਭਾਈ ਲੋਕ ਜਾਣ ਤੇ ਉੱਥੋਂ ਮਾਤਾ ਸੁਲੱਖਣੀ ਜੀ ਨੂੰ ਲੈ ਆਉਣ। ਇਸ ਤਰ੍ਹਾਂ ਕਿਹਾ ਬੇਬੇ ਨਾਨਕੀ ਜੀ ਨੇ। ਰਾਤ ਭਾਰ ਜਾ ਲੈਹੋ ਮੰਗਾਈ। ਕਿ ਮੂਲ ਚੰਦ ਖੱਤਰੀ ਜੀ ਦੇ ਘਰ ਤੋਂ ਮਾਤਾ ਸੁਲੱਖਣੀ ਜੀ ਨੂੰ ਬੁਲਾ ਲਿਆ ਜਾਵੇ। ਸੁਨ ਜ ਰਾਮ ਤਬ ਮਨੁਜ ਬੁਲਾਏ। ਉਸੇ ਵੇਲੇ ਫਿਰ ਜੈ ਰਾਮ ਜੀ ਨੇ ਆਪਣੇ ਨੌਕਰਾਂ ਨੂੰ ਬੁਲਾਇਆ। ਭਲੀ ਰੀਤ ਸੌਤ ਹੈ ਪਰਤਾਏ। ਸਾਰੀ ਗੱਲਬਾਤ ਉਹਨਾਂ ਨੂੰ ਸਮਝਾਈ ਕਿ ਸਿਆਣੇ ਸਿਆਣੇ ਬੰਦੇ ਜਾ ਕੇ ਨਾਲ ਸਿਆਣੀਆਂ ਮਾਈਆਂ ਲੈ ਕੇ ਜਾਓ ਤੇ ਜਾ ਕੇ ਮੂਲ ਚੰਦ ਪਟਵਾਰੀ ਜੀ ਦੇ ਗ੍ਰਹਿ ਤੋਂ ਜੋ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਮਹਿਲ ਹਨ ਮਾਤਾ ਸੁਲੱਖਣੀ ਜੀ, ਉਹਨਾਂ ਨੂੰ ਲੈ ਕੇ ਆਓ। ਇਸ ਤਰ੍ਹਾਂ ਜੈ ਰਾਮ ਜੀ ਨੇ ਕਿਹਾ। ਮੂਲ ਚੰਦ ਕੋ ਸਦਨ ਸੁਹਾਵਾ। ਹਾਂ, ਕਿ ਜਾ ਕੇ ਸਾਡਾ ਸੁਨੇਹਾ ਦੇ ਦੇਣਾ, ਮੂਲ ਚੰਦ ਜੀ ਦੇ ਘਰੇ ਚਲੇ ਜਾਣਾ। ਪਹੁੰਚੇ ਜਾਏ ਸੰਦੇਸ਼ ਸੁਨਾਵਾ। ਫਿਰ ਉੱਥੇ ਦਾਸੀ ਤੇ ਦਾਸ ਪਹੁੰਚ ਗਏ ਮੂਲ ਚੰਦ ਪਟਵਾਰੀ ਜੀ ਦੇ ਘਰੇ। ਜਾ ਕੇ ਇਹਨਾਂ ਦਾਸਾਂ ਨੇ ਸੁਨੇਹਾ ਲਾਇਆ ਜੈ ਰਾਮ ਜੀ ਦਾ। ਕਰ ਵਿਚਾਰ ਤਬ ਚੰਦੋ ਭਾਗੀ। ਤਾਂ ਉਸ ਵੇਲੇ ਘਰ ਦੇ ਵਿੱਚ ਚੰਦੋ ਰਾਣੀ ਮਾਤਾ ਸੁਲੱਖਣੀ ਜੀ ਦੀ ਮਾਤਾ ਸੀ। ਜਦੋਂ ਇਹਨਾਂ ਦਾਸਾਂ ਨੇ ਜਾ ਕੇ ਸੁਨੇਹਾ ਦਿੱਤਾ ਨਾ ਮੂਲ ਚੰਦ ਪਟਵਾਰੀ ਦੇ ਘਰੇ, ਚੰਦੋ ਰਾਣੀ ਮੂਲ ਚੰਦ ਪਟਵਾਰੀ ਜੀ ਦੀ ਘਰਵਾਲੀ ਹੈ, ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਸੱਸ ਹੈ, ਉਹਦਾ ਨਾਂ ਹੈ ਚੰਦੋ ਰਾਣੀ। ਤਾਂ ਹੁਣ ਚੰਦੋ ਰਾਣੀ ਨੇ ਜਦੋਂ ਸੁਣਿਆ, ਭਾਈ ਬਾਲਾ ਜੀ ਸਾਖੀ ਸੁਣਾਉਂਦੇ ਨੇ, ਉਹ ਖੁਸ਼ੀ ਦੇ ਮਾਰੀ ਭੱਜੀ ਗਈ ਇੱਕਦਮ ਮੂਲ ਚੰਦ ਜੀ ਕੋਲੇ, ਬਈ ਸੁਲਤਾਨਪੁਰ ਲੋਧੀ ਤੋਂ ਸੁਨੇਹਾ ਆਇਆ ਜੈ ਰਾਮ ਜੀ ਨਾਂ ਦਾ, ਤੇ ਆਪਣੀ ਲੜਕੀ ਮਾਤਾ ਸੁਲੱਖਣੀ ਨੂੰ ਲੈਣ ਵਾਸਤੇ ਉਹ ਆਏ ਨੇ। ਇਸ ਤਰ੍ਹਾਂ ਇਹ ਸੁਨੇਹਾ ਦੇਣ ਵਾਸਤੇ ਇਹ ਚੰਦੋ ਰਾਣੀ ਗਈ ਆਪਣਾ ਮੂਲ ਚੰਦ ਜੀ ਕੋਲੇ। ਹਾਂਜੀ, ਸੁਤਾ ਸਨੇਹ ਵਿਖੇ ਅਨੁਰਾਗੀ। ਹਾਂ, ਜਾਨੀ ਉਹ ਜਦੋਂ ਇਹ ਸੁਨੇਹਾ ਆਇਆ ਤੇ ਬੜੀ ਮੋਹ ਦੇ ਵਿੱਚ ਵਿਆਕੁਲ ਹੋ ਗਈ। ਬੜ ਭਾਗਨ ਕੀ ਕੀਨੀ ਤਿਆਰੀ। ਫਿਰ 1-2 ਦਿਨ ਸਾਰੇ ਦਾਸ ਦਾਸੀ ਉੱਥੇ ਰੁਕੇ। ਫਿਰ ਅਗਲੇ ਦਿਨ ਸਵੇਰੇ ਹੀ ਤਿਆਰੀ ਲੱਗ ਪਏ ਕਰਨ ਕਿ ਹੁਣ ਮਾਤਾ ਸੁਲੱਖਣੀ ਜੀ ਨੂੰ ਭੇਜਣਾ ਹੈ। ਇਸ ਤਰ੍ਹਾਂ ਕਰਕੇ ਜਿਹੜੀ ਚੰਦੋ ਰਾਣੀ ਸੀ ਉਹ ਤਿਆਰੀ ਲੱਗ ਪਈ ਕੱਪੜੇ ਲੀੜੇ ਦੀ ਕਰਨ। ਤੀਨੀ ਸੰਗ ਸੋਜ ਤਿਨ ਭਾਰੀ। ਹਾਂ, ਬਹੁਤ ਨਾਲ ਜਿਵੇਂ ਆਪਣੀ ਪਿਆਰ ਹੁੰਦਾ ਲੜਕੀ ਦੇ ਨਾਲ ਮਾਇਆ ਦਾ, ਬਹੁਤ ਸਾਰਾ ਸਮਾਨ ਕੱਪੜਾ ਲੀੜਾ ਹੋਰ ਖਾਣ ਦੀਆਂ ਕਈ ਵਸਤੂਆਂ ਉਹ ਪੋਟਲੀ ਦੇ ਵਿੱਚ ਬੰਨ੍ਹ ਕੇ ਮਾਤਾ ਸੁਲੱਖਣੀ ਜੀ ਨੂੰ ਦਿੱਤੀਆਂ ਗਈਆਂ। ਦੇਵੀ ਰੂਪ ਸੁਲੱਖਣੀ ਨਾਮਾ। ਹਾਂ, ਜੋ ਵੱਡੇ ਭਾਗਾਂ ਵਾਲੀ ਦੇਵੀ ਦਾ ਰੂਪ ਮਾਤਾ ਸੁਲੱਖਣੀ ਜੀ ਹੈ ਉਹ ਤਿਆਰ ਹੋ ਗਏ। ਚੜ ਡੋਰੇ ਗਮਨੀ ਅਬਿਰਾਮਾ। ਹੁਣ ਦਾਸ ਦਾਸੀਆਂ ਉਹ ਡੋਲੇ ਵਿੱਚ ਲੈ ਕੇ ਮਾਤਾ ਸੁਲੱਖਣੀ ਜੀ ਨੂੰ ਵਾਪਸ ਆਉਂਦੇ ਹਨ ਸੁਲਤਾਨਪੁਰ ਲੋਧੀ ਵੱਲ। ਦਾਸੀ
ਸੰਗ ਲਏ ਪੁਰ ਆਈ। ਹਾਂ, ਜਿਹੜੇ ਦਾਸ ਦਾਸੀਆਂ ਗਏ ਸਨ ਲੈਣ ਵਾਸਤੇ, ਉਹ ਲੈ ਕੇ ਫਿਰ ਸੁਲਤਾਨਪੁਰ ਲੋਧੀ ਆ ਗਏ। ਚਰਨ ਨਾਨਕੀ ਕੇ ਲਪਟਾਈ। ਹੁਣ ਸਤਿਕਾਰ ਕਰਦੇ ਹੁੰਦੇ ਪਹਿਲਾਂ। ਮਾਤਾ ਸੁਲੱਖਣੀ ਜੀ ਨੇ ਡੋਲੇ ਤੋਂ ਥੱਲੇ ਉਤਰ ਕੇ ਬੇਬੇ ਨਾਨਕੀ ਜੀ ਦੇ ਚਰਨੀ ਹੱਥ ਲਾਏ। ਤੀਨ ਆਸ਼ਿਖਾ ਕਰ ਸਨਮਾਨਾ। ਬੇਬੇ ਨਾਨਕੀ ਜੀ ਨੇ ਬਾਹਾਂ ਤੋਂ ਫੜ ਕੇ ਆਪਣੀ ਗਲਵੱਕੜੀ 'ਚ ਲੈ ਲਿਆ। ਆਪ ਦੇ ਤੋਂ ਛੋਟੀ ਜਾਣ ਕੇ ਆਪਣੇ ਬੱਚਿਆਂ ਵਾਂਗ ਪਿਆਰ ਕਰਦੀ ਹੈ ਬੇਬੇ ਨਾਨਕੀ। ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦੀ ਭੈਣ। ਬੜਾ ਸਤਿਕਾਰ ਕਰਦੀ ਹੈ, ਬੜਾ ਪ੍ਰੇਮ ਕਰਦੀ ਹੈ। ਸਦਨ ਬਸਾਈ ਜੋ ਸ਼ੁਭ ਥਾਨਾ। ਉਹ ਫਿਰ ਉੱਥੇ ਲੈ ਜਾਂਦੀ ਹੈ ਨਾਲ, ਵੀ ਜਿੱਥੇ ਨਵਾਂ ਮਕਾਨ ਆਪਣੇ ਘਰ ਦੇ ਬਿਲਕੁਲ ਨਾਲ ਹੀ ਨਵਾਂ ਮਕਾਨ ਬਣਾਇਆ ਸੀ, ਉਹ ਨਵੇਂ ਮਕਾਨ ਦੇ ਵਿੱਚ ਲੈ ਜਾਂਦੀ ਹੈ ਮਾਤਾ ਸੁਲੱਖਣੀ ਜੀ ਨੂੰ। ਕਹਿਣ ਲੱਗੀ ਬਈ ਹੇ ਸੁਲੱਖਣੀ, ਇਹ ਤੇਰਾ ਘਰ ਬਣਾ ਦਿੱਤਾ। ਜਿੰਨਾ ਭਾਂਡਾ ਟਿੱਕਰ ਸਾਰਾ ਵਧੀਆ ਵਧੀਆ ਵਸਤੂਆਂ ਸਾਰੀਆਂ ਬੇਬੇ ਨਾਨਕੀ ਨੇ ਮਾਤਾ ਸੁਲੱਖਣੀ ਦੇ ਘਰ ਦੇ ਵਿੱਚ ਟਿਕਾਈਆਂ। ਜਿੰਨਾ ਉਹਦੇ ਪੇਕਿਆਂ ਵੱਲੋਂ ਸਮਾਨ ਸੀ ਉਹ ਵੀ ਉਸੇ ਘਰ ਦੇ ਵਿੱਚ ਰਖਾਇਆ ਗਿਆ। ਔਰ ਪਿਆਰ ਦੀ ਮੂਰਤ ਸੀ ਬੇਬੇ ਨਾਨਕੀ, ਯਾਨੀ ਆਪਣੇ ਘਰ ਦੇ ਵਿੱਚੋਂ ਵੀ ਜੋ ਭਾਂਡਾ ਟਿੱਕਰ ਜੋ ਵੀ ਜ਼ਰੂਰਤ ਦਾ ਸਮਾਨ ਸੀ ਸਾਰਾ ਹੀ ਮਾਤਾ ਸੁਲੱਖਣੀ ਜੀ ਨੂੰ ਦੇ ਦਿੱਤਾ। ਆਪਣੇ ਕੋਲੇ ਕੁਝ ਨਹੀਂ ਰੱਖਿਆ। ਆਪਣੇ ਕੋਲੇ ਜਿਵੇਂ ਸਿਆਣੇ ਹੁੰਦੇ ਨਾ ਕਈ, ਤੇ ਜਦੋਂ ਇਸ ਤਰ੍ਹਾਂ ਦਾ ਮੌਕਾ ਬਣਾ, ਕਹਿੰਦੇ ਕੋਈ ਨਾ ਚਿੱਬੇ ਚੁੱਬੇ ਜਿਹੜੇ ਭਾਂਡੇ ਨੇ ਆਪਾਂ ਰੱਖ ਕੇ ਗੁਜ਼ਾਰਾ ਕਰ ਲਾਂਗੇ, ਇਹਦਾ ਮਨ ਰਾਜੀ ਰਹਿਣਾ ਚਾਹੀਦਾ, ਇਹ ਖੁਸ਼ ਰਹੇ। ਇਸੇ ਤਰ੍ਹਾਂ ਬੇਬੇ ਨਾਨਕੀ ਜੀ ਨੇ ਕੀਤਾ। ਹਾਂਜੀ, केतक दिवस बिताए तहवान। तो इस प्रकार फिर बेबे नानकी जी और माता सुलखणी जी ਨੂੰ ਉਸ ਨਵੇਂ ਮਕਾਨ 'ਚ ਛੱਡਿਆ। ਤਾਂ ਫਿਰ ਕਈ ਦਿਨ ਇਸ ਤਰ੍ਹਾਂ ਬਤੀਤ ਹੋਏ। ਤੋ ਨਿਕੇਤ ਨਾਨਕੀ ਜਹਵਾਨ। ਹਾਂ, ਤੇ ਜਿਹੜਾ ਵੱਖਰਾ ਘਰ ਸੀ ਉਹਦੇ ਵਿੱਚ ਮਾਤਾ ਸੁਲੱਖਣੀ ਜੀ ਬੜੇ ਆਰਾਮ ਨਾਲ ਰਹਿੰਦੇ ਨੇ। ਬੇਬੇ ਨਾਨਕੀ ਜੀ ਵੀ ਬੜੇ ਖੁਸ਼ ਨੇ। ਕਦੇ ਮਾਤਾ ਸੁਲੱਖਣੀ ਜੀ ਉੱਧਰ ਬੇਬੇ ਨਾਨਕੀ ਜੀ ਵੱਲ ਆ ਜਾਂਦੇ ਨੇ, ਉੱਧਰ ਹੀ ਰਹੀ ਜਾਂਦੇ ਨੇ, ਤੇ ਜਦੋਂ ਉਹਨਾਂ ਦਾ ਮਨ ਕਰਦਾ ਉੱਧਰ ਚਲੇ ਜਾਂਦੇ ਨੇ। ਇਸ ਪ੍ਰਕਾਰ ਨੇੜੇ ਨੇੜੇ ਸੀ ਮਕਾਨ ਜਿਹੜੇ ਬਣਾਏ। ਬਾਹਰ ਨਿਰਾਰਾ ਹਰਮ ਬਨਾਵਾ। ਹਾਂ, ਜਿਹੜਾ ਮਾਤਾ ਸੁਲੱਖਣੀ ਜੀ ਵਾਸਤੇ ਬੇਬੇ ਨਾਨਕੀ ਜੀ ਨੇ ਅੱਡ ਜਿਹੜਾ ਮਕਾਨ ਬਣਾਇਆ ਹੋਇਆ ਹੈ, ਸਰਬਰ ਤਨ ਮਹਿ ਸੁਭਾਗ ਸੁਹਾਵਾ। ਉਹ ਸਾਰੀਆਂ ਰੁੱਤਾਂ ਦੇ ਵਿੱਚ ਇਸ ਹਿਸਾਬ ਨਾਲ ਬਣਾਇਆ ਸੀ ਕਿ ਸਾਰੀਆਂ ਰੁੱਤਾਂ ਦੇ ਵਿੱਚ ਯਾਨੀ ਠੀਕ ਰਹੇ। ਸਰਦੀ ਦੇ ਵੇਲੇ ਧੁੱਪ ਵੀ ਲੱਗੇ, ਗਰਮੀ ਦੇ ਵੇਲੇ ਪਰੂਆ ਪਸ਼ੂਆ ਜਿਹੜੀ ਹਵਾ ਹੈ ਜਿਹੜੀ ਉਹਦੇ ਕਰਕੇ ਗਰਮੀ ਵੀ ਨਾ ਲੱਗੇ ਤੇ ਸਰਦੀ ਵੀ ਨਾ ਲੱਗੇ। ਇਸ ਪ੍ਰਕਾਰ ਬੜੇ ਸਿਆਣੇ ਔਰ ਸੂਝਵਾਨ ਢੰਗ ਦੇ ਨਾਲ, ਚੰਗੀ ਸੂਝ-ਬੂਝ ਦੇ ਨਾਲ ਜਿਹੜਾ ਇਹ ਮਕਾਨ ਬਣਾਇਆ ਗਿਆ ਸੀ ਬੇਬੇ ਨਾਨਕੀ ਜੀ ਦੁਆਰਾ। ਇਸ ਤਰ੍ਹਾਂ ਮਕਾਨ ਬਣਾਇਆ ਸੀ। ਭਾਂਜਨ ਆਦ ਸੋਜ ਜੋ ਚਹੀਆ। ਭਾਂਡੇ ਜੋ ਵੀ ਸਾਜੋ ਸਮਾਨ ਜੋ ਵੀ ਚਾਹੀਦਾ ਸੀ ਸਭ ਅਨਵਾਏ ਤਰੀ ਕਰ ਮਹੀਆ। ਤੇ ਘਰ ਦੇ ਵਿੱਚੋਂ ਸਾਰਾ ਹੀ ਰੱਖ ਦਿੱਤਾ। ਸਰਪੀ ਸਿਤਾ ਅੰਨ ਜੋ ਨੀਕੇ। ਘਿਓ, ਖੰਡ, ਚੀਨੀ, ਦਾਣਾ ਜੋ ਵੀ ਸੀ, ਬਈ ਮਾਤਾ ਸੁਲੱਖਣੀ ਜੀ ਜੋ ਮਨ ਭਾਉਂਦਾ ਖਾਣ, ਮਨ ਭਾਉਂਦਾ ਪਾਉਣ, ਕਿ ਇਹ ਨਾ ਆਪਣੇ ਮਨ ਦੇ ਵਿੱਚ ਕਿਤੇ ਮਾਤਾ ਸੁਲੱਖਣੀ ਜੀ ਹੀਣਤਾ ਭਾਵ ਪੈਦਾ ਕਰੇ ਵੀ ਸਾਡਾ ਘਰ ਨਹੀਂ ਹੈ, ਮੈਂ ਨਣਦ ਦੇ ਘਰੇ ਬੈਠੀ ਹਾਂ, ਮਨ ਮਰਜ਼ੀ ਦਾ ਖਾ ਨਹੀਂ ਸਕਦੀ, ਮਨ ਮਰਜ਼ੀ ਦਾ ਪਾ ਨਹੀਂ ਸਕਦੀ। ਕਿਉਂ? ਅੱਗੇ ਵੀ ਉਹ ਪਟਵਾਰੀਆਂ ਦੀ ਧੀ ਸੀ। ਪਟਵਾਰੀਆਂ ਦੀ ਧੀ ਸੀ, ਰਜੋਗੁਣੀ ਸੁਭਾਅ ਹੁੰਦਾ, ਚੰਗਾ ਘਰ ਦੇ ਵਿੱਚ ਸਾਰਾ ਸੀ। ਬੇਬੇ ਨਾਨਕੀ ਜੀ ਬੜੀ ਸਿਆਣੀ ਸੀ। ਇਸ ਕਰਕੇ ਵੀ ਕਿਸੇ ਗੱਲ ਦਾ ਝਗੜਾ ਨਾ ਹੋਵੇ, ਕਿਸੇ ਗੱਲ ਦਾ ਰੋਸ ਨਾ ਹੋਵੇ, ਕੋਈ ਹੀਣਤਾ ਭਾਵਨਾ ਅੰਦਰ ਆਵੇ ਵੀ ਅਸੀਂ ਤਾਂ ਬਗਾਨਿਆਂ ਦੇ ਘਰੇ ਬੈਠੇ ਹਾਂ। ਇਸ ਕਰਕੇ ਬੇਬੇ ਨਾਨਕੀ ਜੀ ਨੇ ਪਹਿਲਾਂ ਹੀ ਬੜੇ ਸਿਆਣਪ ਦੇ ਨਾਲ ਸਾਰਾ ਘਰ-ਬਾਰ ਔਰ ਸਾਰਾ ਸਮਾਨ ਚੁਣ ਚੁਣ ਕੇ ਵਧੀਆ ਵਧੀਆ ਭਾਂਡੇ, ਖੰਡ, ਘਿਓ, ਦਾਣਾ, ਫੱਕਾ ਸਾਰਾ ਹੀ ਉੱਥੇ ਰੱਖ ਦਿੱਤਾ। ਔਰ ਕਿਹਾ ਵੀ ਆਪਣੇ ਘਰ ਦੇ ਵਿੱਚ ਆਰਾਮ ਨਾਲ ਰਹੋ।
ਅਰੇ ਇਉਂ ਵੀ ਕਿਹਾ ਬੇਬੇ ਨਾਨਕੀ ਜੀ ਨੇ, ਜਿਸ ਚੀਜ਼ ਦੀ ਵੀ ਲੋੜ ਹੋਵੇ ਤੁਸੀਂ ਸਾਡੇ ਬੱਚਿਆਂ ਵਰਗੇ ਹੋ, ਜੋ ਮਰਜ਼ੀ ਲੈ ਜਾਣਾ ਮੇਰੇ ਘਰ ਚੋਂ ਆ ਕੇ, ਕਿਸੇ ਗੱਲ ਦੀ ਕਮੀ ਨਹੀਂ ਕਰਨੀ, ਪਰ ਮੇਰੇ ਭਰਾ ਨੂੰ ਕੋਈ ਮੰਦਾ ਬੋਲ ਨਾ ਬੋਲਿਓ। ਇਹ ਗੱਲ ਜ਼ਰੂਰ ਬੇਬੇ ਨਾਨਕੀ ਕਹਿੰਦੀ ਸੀ। ਸੋ ਇਸ ਪ੍ਰਕਾਰ ਫਿਰ ਇੱਥੋਂ ਤੱਕ ਆਪ ਜੀ ਨੇ ਇਤਿਹਾਸ ਸਰਵਣ ਕੀਤਾ ਹੈ। ਹੁਣ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਇੱਕ ਗ੍ਰਸਤੀ ਜੀਵਨ ਦੇ ਵਿੱਚ ਕੀ ਕੀ ਔਕੜਾਂ ਆਉਂਦੀਆਂ ਨੇ, ਕਿਵੇਂ ਝਗੜੇ ਹੋ ਜਾਂਦੇ ਨੇ, ਕਿਵੇਂ ਪਰਿਵਾਰ ਦੇ ਵਿੱਚ ਸਹੁਰਿਆਂ ਵੱਲੋਂ ਦਖਲਅੰਦਾਜ਼ੀ ਵੀ ਦਿੱਤੀ ਜਾਂਦੀ ਹੈ, ਇਹ ਸਾਰਾ ਹੀ ਹੁਣ ਅਗਲੀ ਸਾਖੀ ਦੇ ਵਿੱਚ ਆਵੇਗਾ। ਕਿਵੇਂ ਮੂਲ ਚੰਦ ਪਟਵਾਰੀ ਜੀ ਆ ਕੇ ਜੈ ਰਾਮ ਜੀ ਨਾਲ ਲੜਨਗੇ ਵੀ ਤੈਂ ਮੇਰੀ ਲੜਕੀ ਦਾ ਕਿੱਥੇ ਸਾਕ ਕਰਾਤਾ, ਕੀ ਦੁਸ਼ਮਣੀ ਕੱਢੀ। ਚੰਦੋ ਰਾਣੀ ਵੀ ਲੜਨ ਵਾਸਤੇ ਆਊਗੀ, ਪਰ ਬੇਬੇ ਨਾਨਕੀ ਦਾ ਇੰਨਾ ਸਰਲ ਸੁਭਾਅ ਹੈ, ਬੇਬੇ ਨਾਨਕੀ ਜੀ ਕਿਸੇ ਨੂੰ ਬੇ ਤੇ ਨਹੀਂ ਕਹੂਗੀ, ਝਗੜਾ ਨਹੀਂ ਕਰੂਗੀ, ਸਬਰ ਔਰ ਸੰਤੋਖ ਦੇ ਨਾਲ ਰਹਿੰਦੀ ਹੈ। ਤਾਂ ਬੇਬੇ ਨਾਨਕੀ ਜੀ ਦਾ ਜਿਹੜਾ ਜੀਵਨ ਹੈ ਉਹਦੇ ਵਿੱਚ ਵਿਲੱਖਣਤਾ ਹੈ, ਬੜੀ ਸੂਝਵਾਨ ਹੈ। ਭਾਈ ਜੈ ਰਾਮ ਜੀ ਦੇ ਵਿੱਚ ਵੀ ਬੜੀ ਧੀਰਜ ਹੈ। ਸੋ ਇਸ ਪ੍ਰਕਾਰ ਹੁਣ ਜੋ ਕੱਲ੍ਹ ਅੱਗੇ ਸਾਖੀ ਆਵੇਗੀ, ਉਹ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਨੇ ਜੀਵਾਂ ਨੂੰ ਉਸਾ ਪਾਠ ਅਦਾ ਕਰਕੇ ਦਿਖਾਇਆ ਵੀ ਗ੍ਰਸਤੀ ਆਦਮੀ ਨਾਮ ਜਪ ਸਕਦਾ ਹੈ, ਔਕੜਾਂ ਵੀ ਆਉਂਦੀਆਂ ਨੇ, ਪਰ ਉਹਨੇ ਕਿਸ ਤਰ੍ਹਾਂ ਆਪਣੇ ਆਪ ਨੂੰ ਸੰਭਾਲ ਕੇ ਰੱਖਣਾ ਹੈ, ਕਿਸ ਤਰ੍ਹਾਂ ਜੀਵਨ ਜੀਣਾ ਹੈ, ਇਹ ਸਾਰੀ ਇਹ ਸਿੱਖਿਆ ਦਾ ਇੱਕ ਸਾਖੀ ਹੈ। ਮਹਾਰਾਜ ਜੀ ਨੇ ਆਪ ਪਾਠ ਅਦਾ ਕੀਤੇ ਨੇ। ਸੋ ਇਸ ਪ੍ਰਕਾਰ ਜਿਹੜੀ ਸਾਖੀ ਹੈ ਉਹ ਕੱਲ੍ਹ ਨੂੰ ਆਵੇਗੀ। ਹੁਣ ਇੱਥੇ ਹੀ ਕਥਾ ਦੀ ਸਮਾਪਤੀ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।